ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਇਸ ਵਕਤ ਵੈਸੇ ਤਾਂ ਦੁਨੀਆ ਭਰ ਦੇ ਵਿੱਚ ਇੱਕੋ ਹੀ ਬਿਪਤਾ ਹੈ ਜਿਹੜੀ ਕਰੋਨਾ ਵਾਇਰਸ ਦੀ ਹੈ, ਪਰ ਉਹਦੇ ਨਾਲ ਕੁਝ ਕੁ ਗੱਲਾਂ ਐਸੀਆਂ ਵੀ ਵਾਪਰ ਰਹੀਆਂ ਨੇ ਜਿਹੜੀਆਂ ਕਿ ਸੋਚਣ ਲਈ ਮਜਬੂਰ ਕਰਦੀਆਂ ਨੇ। ਉਹ ਨੈਗੇਟਿਵ ਪੱਖ ਤੋਂ ਵੀ ਨੇ ਤੇ ਪੋਜ਼ੀਟਿਵ ਪੱਖ ਤੋਂ ਵੀ ਨੇ। ਅੱਜ ਦੋਵੇਂ ਤਰ੍ਹਾਂ ਦੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਓਵਰਆਲ ਕੀ ਹਾਲਾਤ ਨੇ ਆਪਾਂ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਤੇ ਇੱਕ ਜਿਹੜੀ ਨਵੀਂ ਲੜਾਈ ਛਿੜਪੀ ਹੈ ਕਿ ਕਰੋਨਾ ਵਾਇਰਸ ਕੁਦਰਤੀ ਹੈ ਜਾਂ ਫਿਰ ਇਹਨੂੰ ਬਣਾ ਕੇ ਜਾਂ ਕਹਿ ਲਓ ਕਿ ਵੀ ਜੇ ਆ ਗਿਆ ਤੇ ਉਸ ਤੋਂ ਬਾਅਦ ਸੰਭਾਲਿਆ ਨਹੀਂ ਗਿਆ ਚੀਨ ਵੱਲੋਂ, ਉਹਦਾ ਕੀ ਰੌਲਾ ਹੈ ਤੇ ਉਹ ਕਿਉਂ ਕੇਸ ਦਰਜ ਹੋਣ ਦੀਆਂ ਗੱਲਾਂ ਚੱਲੀਆਂ ਨੇ, ਇਹ ਜ਼ਿਕਰ ਵੀ ਕਰਾਂਗੇ। ਕੁਝ ਖਬਰਾਂ ਹੋਰ ਨੇ ਜਿਹੜੀਆਂ ਪੰਜਾਬ ਨਾਲ ਰਿਲੇਟਡ ਨੇ, ਜਿਹਦੇ 'ਚ ਹੁਣ ਲੀਡਰ ਜਿੱਦਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਸੀਗਾ ਉਹਦਾ ਕ੍ਰੈਡਿਟ ਦੌੜ ਬਣੀ ਸੀ, ਇਸੇ ਤਰ੍ਹਾਂ ਦੀ ਇੱਕ ਹੋਰ ਮੁੱਦੇ ਦੀ ਵੀ ਹੁਣ ਕ੍ਰੈਡਿਟ ਲੈਣ ਦੀ ਦੌੜ ਚੱਲ ਪਈ ਹੈ। ਉਹ ਜ਼ਿਕਰ ਵੀ ਆਪ ਜੀ ਨਾਲ ਸਾਂਝਾ ਕਰਾਂਗੇ। ਗੱਲਾਂ ਬਾਤਾਂ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪਰ ਸਰ ਬਾਕੀ ਸਾਰੀਆਂ ਗੱਲਾਂ ਕਰਨ ਤੋਂ ਪਹਿਲਾਂ ਇੱਕ ਗੱਲ ਸਮਝਾਇਓ ਕਿ ਜਿਹੜਾ ਪਿਛਲੇ ਕੁਝ ਸਮੇਂ ਤੋਂ ਆਪਾਂ ਇਹ ਸੁਣਦੇ ਸੀ ਕਿ ਕਿਤੇ ਕੋਈ ਡਾਕਟਰਸ ਦੀ ਟੀਮ ਗਈ ਜਾਂ ਕਿਤੇ ਕੋਈ ਹੈਲਥ ਵਰਕਰਾਂ ਦੀ ਟੀਮ ਗਈ, ਉਹਨਾਂ 'ਤੇ ਹਮਲਾ ਹੋਇਆ, ਇੱਥੇ ਹੋਇਆ ਜੀ, ਫਿਰ ਉੱਥੇ ਹੋ ਗਿਆ ਜੀ, ਫਿਰ ਉੱਥੇ ਹੋ ਗਿਆ ਜੀ। ਉਹ ਸਾਰੀਆਂ ਗੱਲਾਂ ਨੂੰ ਵੇਖਦਿਆਂ ਹੁਣ ਜਿੱਦਾਂ ਸਰਕਾਰ ਨੇ ਸੁਣ 'ਚ ਆਇਆ ਕਿ ਵੀ ਸ਼ਾਇਦ ਇਹੋ ਜਿਹਾ ਕੋਈ ਆਰਡੀਨੈਂਸ ਲਿਆਂਦਾ ਕਿ ਜੇ ਡਾਕਟਰਾਂ 'ਤੇ ਕੋਈ ਹਮਲਾ ਕਰਦਾ ਤਾਂ 7 ਸਾਲ ਕੈਦ ਹੋਊਗੀ। ਉਹ ਕੀ ਕਹਾਣੀ ਹੈ ਜੀ? ਦੇਖੋ, ਇਹ ਪਿਛਲੇ ਦਿਨਾਂ ਦੇ ਵਿੱਚ ਹਮਲੇ ਹੋਏ ਸਨ ਬਹੁਤ ਜ਼ਿਆਦਾ ਜੀ। ਮੱਧ ਪ੍ਰਦੇਸ਼ ਦੇ ਵਿੱਚ ਜ਼ਿਆਦਾ ਹੋਏ ਸੀ, ਉਹਦੇ ਤੋਂ ਥੋੜ੍ਹੇ ਘੱਟ ਹੋਏ ਸਨ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਹੋਏ ਸੀ ਜੀ। ਹੋਏ ਬਾਕੀ ਸੂਬਿਆਂ 'ਚ ਵੀ, ਪਰ ਘੱਟ। ਇੱਕ ਖਾਸ ਕਮਿਊਨਿਟੀ 'ਚ, ਖਾਸ ਭਾਈਚਾਰੇ 'ਚ ਇਹ ਪ੍ਰਚਾਰ ਹੋਇਆ ਸੀ ਕਿ ਡਾਕਟਰਾਂ ਨੇ ਜਿਹਨੂੰ ਚੈੱਕ ਕੀਤਾ ਉਹਨੂੰ ਫੜ ਕੇ ਲੈ ਜਾਣਾ ਜੀ, ਅਤੇ ਜਿਹਨੂੰ ਲੈ ਗਏ ਮੁੜ ਕੇ ਕੀ ਪਤਾ ਬਚ ਕੇ ਆਉਣਾ ਕਿ ਨਹੀਂ ਆਉਣਾ, ਉੱਥੇ ਕਿਹੜਾ ਕੁਝ ਖਾਣ ਨੂੰ ਦਿੰਦੇ ਆ। ਇਹ ਪ੍ਰਚਾਰ ਹੁੰਦਾ ਰਿਹਾ ਜੀ। ਡਾਕਟਰ ਜਾਂਦੇ ਸਨ, ਕਿਤੇ ਕਿਤੇ ਉਹਨਾਂ ਨਾਲ ਪੁਲਿਸ ਵੀ ਜਾਂਦੀ ਸੀ, ਘੇਰਾ ਪਾ ਕੇ ਉੱਪਰੋਂ ਇੱਟ ਬੱਟਾ ਚਲਾਇਆ ਜਾਂਦਾ ਸੀ, ਮਗਰ ਭੱਜ ਭੱਜ ਕੇ ਉਹਨਾਂ ਨੂੰ ਕੁੱਟਿਆ ਜਾਂਦਾ ਸੀ। ਕਈਆਂ ਥਾਵਾਂ 'ਤੇ ਡਾਕਟਰ ਜ਼ਖਮੀ ਵੀ ਹੋਏ ਜੀ। ਫਿਰ ਇੱਕ ਦੋ ਥਾਵਾਂ 'ਤੇ ਇਹ ਵੀ ਕੀਤਾ ਗਿਆ ਕਿ ਡਰੋਨ ਉੱਪਰੋਂ ਉਡਾ ਕੇ ਅਤੇ ਇਹ ਵੇਖਿਆ ਕਿ ਕੌਣ ਕੌਣ ਉੱਪਰੋਂ ਪੱਥਰ ਮਾਰਦੇ, ਉਹਨਾਂ ਨੂੰ ਘਰਾਂ ਤੋਂ ਜਾ ਕੇ ਫੜ ਕੇ ਲਿਆਂਦਾ ਜੀ। ਆਦਮੀ ਵੀ ਆਏ, ਆਦਮੀਆਂ ਨਾਲੋਂ ਵੱਧ ਔਰਤਾਂ ਫੜੀਆਂ ਗਈਆਂ ਪੱਥਰ ਮਾਰਦੀਆਂ। ਫਿਰ ਵੀ ਇਹ ਕੰਮ ਰੁਕਦਾ ਨਹੀਂ ਸੀ ਜੀ। ਹੁਣ ਇਸ ਪੱਥਰਬਾਜ਼ੀ ਦੀ ਬਹੁਤੀ ਸਜ਼ਾ ਹੁੰਦੀ ਨਹੀਂ, ਉਹ ਸਮਝਦੇ ਸੀ ਕੋਈ ਨਹੀਂ, 2-4 ਮਹੀਨੇ ਦੀ ਗੱਲ ਹੈ। ਹੁਣ ਸਰਕਾਰ ਨੇ ਇੱਕ ਆਰਡੀਨੈਂਸ ਲਿਆਂਦਾ, ਕੱਲ੍ਹ ਸਵੇਰੇ ਪਾਸ ਮਨਜ਼ੂਰ ਕੀਤਾ ਗਿਆ, ਅਤੇ ਉਹਦੇ ਵਿੱਚ ਇਹ ਰੱਖਿਆ ਗਿਆ ਕਿ ਜਿਹੜਾ ਵੀ ਕੋਈ ਡਾਕਟਰਾਂ ਦੇ ਉੱਤੇ ਹਮਲਾ ਕਰੇਗਾ, ਕਿਸੇ ਵੀ ਕਿਸਮ ਦਾ ਹਮਲਾ ਕਰੇਗਾ ਜੀ, ਉਹਨੂੰ ਘੱਟੋ ਘੱਟ 6 ਮਹੀਨੇ ਅਤੇ ਵੱਧ ਤੋਂ ਵੱਧ 7 ਸਾਲ ਤੱਕ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਅੱਜ ਵਾਲੇ ਹਾਲਾਤ ਦੇ ਵਿੱਚ ਤਾਂ 7 ਸਾਲ ਦੀ ਕੈਦ ਦੀ ਸਜ਼ਾ ਮਿਲਣੀ ਹੈ ਜੀ। ਕਿਸੇ ਨੇ 6 ਮਹੀਨੇ ਨਹੀਂ ਦੇਣੇ। ਸਖਤੀ ਕਰੂਗੀ ਸਰਕਾਰ ਪੂਰੀ। ਉਹ ਕੱਲ੍ਹ ਸਰਕਾਰ ਨੇ ਮਨਜ਼ੂਰ ਕੀਤਾ ਅਤੇ ਰਾਤ ਪੈਣ ਤੱਕ ਰਾਸ਼ਟਰਪਤੀ ਨੇ ਉੱਤੇ ਦਸਤਖਤ ਕਰ ਦਿੱਤੇ ਆ। ਹੁਣ ਉਹ ਆਰਡੀਨੈਂਸ ਜਿਹੜਾ ਉਹ ਇੱਕ ਕਿਸਮ ਦੇ ਕਾਨੂੰਨੀ ਸ਼ਕਲ ਲੈ ਚੁੱਕਾ, ਅਤੇ ਅੱਜ ਤੋਂ ਬਾਅਦ ਜੇ ਕਿਸੇ ਨੇ ਡਾਕਟਰਾਂ 'ਤੇ ਹਮਲਾ ਕੀਤਾ ਅਤੇ ਉਹ ਫਿਰ ਕੀਤਾ ਭੁਗਤੇਗਾ ਜੀ। ਇਹ ਇਕੱਲਾ ਇੱਥੋਂ ਤੱਕ ਸੀਮਿਤ ਨਹੀਂ ਰਹਿਣਾ ਕਿ ਕਰੋਨਾ ਵਾਇਰਸ ਦੀ ਪ੍ਰੋਬਲਮ ਹੈ ਅਤੇ ਡਾਕਟਰਾਂ ਦਾ ਸਾਹ ਸੌਖਾ ਕੀਤਾ ਗਿਆ। ਸਾਡੇ ਕੋਲ ਆਮ ਤੌਰ 'ਤੇ ਵੀ ਇੱਥੇ ਹੁੰਦਾ ਕਿ ਹਸਪਤਾਲਾਂ ਦੇ ਵਿੱਚ, ਸਰਕਾਰੀ ਹਸਪਤਾਲ ਦੇ ਵਿੱਚ ਵੀ ਕੋਈ ਡਾਕਟਰ ਨੂੰ ਚਪੇੜ ਕੱਢ ਮਾਰਦਾ, ਕੋਈ ਨਰਸ ਦੇ ਥੱਪੜ ਮਾਰ ਦਿੰਦਾ। ਹੇਠਲੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਛੱਡ ਦਿਓ, ਦਿੱਲੀ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ 4-5 ਵਾਰੀ ਇਹ ਘਟਨਾਵਾਂ ਹੋ ਗਈਆਂ ਨੇ ਕਿ ਮਰੀਜ਼ ਦੀ ਸਿਹਤ ਠੀਕ ਨਹੀਂ ਅਤੇ ਉਹਦੇ ਘਰਦਿਆਂ ਨੇ ਡਾਕਟਰ ਕੁੱਟ ਕੱਢਿਆ, ਮਰੀਜ਼ ਦੀ ਮੌਤ ਹੋ ਗਈ ਹੈ ਤਾਂ ਡਾਕਟਰ ਕੁੱਟ ਕੱਢਿਆ, ਔਰ ਹਰ ਵਾਰੀ ਉਹਨਾਂ ਨੂੰ ਹੜਤਾਲ ਕਰਨੀ ਪੈਂਦੀ ਹੈ ਡਾਕਟਰਾਂ ਨੂੰ ਕਿ ਸਾਡੇ ਵਾਸਤੇ ਸਰਕਾਰ ਕੋਈ ਪ੍ਰਬੰਧ ਕਰੇ। ਆਹ ਜਿਹੜਾ ਇੱਕ ਕਾਨੂੰਨੀ ਪ੍ਰਬੰਧ ਕਰਤਾ, ਇਹਦੇ ਨਾਲ ਡਾਕਟਰਾਂ ਨੂੰ ਕਾਫੀ ਜ਼ਿਆਦਾ ਪ੍ਰੋਟੈਕਸ਼ਨ ਮਿਲ ਜਾਵੇਗੀ। ਕੋਈ ਉਹਨਾਂ ਦੇ ਉੱਤੇ ਜਣਾ ਖਣਾ ਉੱਠ ਕੇ ਹੱਥ ਨਹੀਂ ਹੁਣ ਚੁੱਕ ਸਕੇਗਾ। ਇਹ ਉਹ ਬੜੇ ਚਿਰ ਦੀ ਲੋੜ ਮਹਿਸੂਸ ਕਰਦੇ ਸੀ, ਪਰ ਨਾਲ ਹੁਣ ਇਸ ਗੱਲ ਦਾ ਖਿਆਲ ਵੀ ਰੱਖਣਾ ਪਵੇਗਾ ਕਿ ਇਹੋ ਜਿਹੇ ਕਾਨੂੰਨ ਦੀ ਕੋਈ ਦੁਰਵਰਤੋਂ ਨਾ ਹੋਵੇ। ਜਿਸ ਤਰ੍ਹਾਂ ਅੱਗੇ ਅਸੀਂ ਵੇਖਦੇ ਰਹੇ ਕਿ ਭਾਰਤ ਵਿੱਚ ਬਹੁਤ ਸਾਰੇ ਕਾਨੂੰਨਾਂ ਦੀ ਦੁਰਵਰਤੋਂ ਵੀ ਹੁੰਦੀ ਹੈ, ਇਹ ਦੁਰਵਰਤੋਂ ਰੋਕਣੀ ਪਏਗੀ। ਉੱਦਾਂ ਇਹ ਕਾਨੂੰਨ ਜਿਹੜਾ ਉਹਨਾਂ ਵਾਸਤੇ ਇਹੋ ਜਿਹੇ ਮੋੜ ਦੇ ਉੱਤੇ ਬਣਾਉਣਾ ਠੀਕ ਸੀ ਜੀ। ਵੈਸੇ ਹੁਣ ਜਿਹੜਾ ਸੈਕੰਡ ਫੇਜ਼ ਹੈ ਜੀ ਲੋਕਡਾਊਨ ਦਾ ਚੱਲਦਾ ਪਿਆ, ਉਹ ਵੀ ਹੁਣ ਅੱਗੇ ਜਿਵੇਂ ਜਿਵੇਂ ਵੱਧ ਰਿਹਾ, ਅਤੇ ਵਿੱਚੋਂ ਜੋ ਇਹ ਚਰਚਾਵਾਂ ਸੀ 20 ਤਰੀਕ ਤੋਂ ਬਾਅਦ ਕਿ ਬਹੁਤ ਸਾਰੀਆਂ ਛੋਟਾਂ ਆਪਾਂ ਦੇ ਦਿਆਂਗੇ। ਜਿੱਦਾਂ ਆਪਾਂ ਅੱਜ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਰਾਜਪਾਲ ਨੇ ਪੰਜਾਬ ਦੇ ਵੀ, ਉਹਨਾਂ ਨੇ ਦੁਕਾਨਾਂ ਸਵੇਰੇ 10 ਵਜੇ ਤੋਂ 2 ਵਜੇ ਤੱਕ ਖੋਲ੍ਹਣ ਦੇ ਲਈ ਕਹਿ ਤਾ। ਹੁਣ ਛੋਟਾਂ ਵਾਲੇ ਪਾਸੇ ਨੂੰ ਗੱਲ ਚੱਲਦਿਆਂ ਚੱਲਦਿਆਂ ਅੱਜ ਇਹ ਸੁਣਨ 'ਚ ਆਇਆ ਕਿ ਲੋਕਡਾਊਨ ਵਧਾਇਆ ਜਾਵੇ ਜਾਂ ਖਤਮ ਕਰ ਦਿੱਤਾ ਜਾਵੇ। ਇਹਦੇ 'ਤੇ ਮੋਦੀ ਸਾਹਿਬ ਨੇ 27 ਤਰੀਕ ਨੂੰ ਫਿਰ ਮੁੱਖ ਮੰਤਰੀਆਂ ਦੀ ਮੀਟਿੰਗ ਸੱਦੀ ਹੈ। ਇਹਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਸਾਰੇ ਦੇਸ਼ ਦੇ ਵਿੱਚ ਇੱਕਸਾਰ ਜ਼ਿੰਦਗੀ ਨਹੀਂ ਜੀ।
ਕੋਈ ਸੂਬਿਆਂ 'ਚ ਬਹੁਤ ਕਹਿਰ ਮੱਚਿਆ ਪਿਆ, ਮਹਾਰਾਸ਼ਟਰ 'ਚ, ਗੁਜਰਾਤ ਵਿੱਚ, ਮੱਧ ਪ੍ਰਦੇਸ਼ 'ਚ, ਜਿਹੜੀ ਦਿੱਲੀ ਪਹਿਲਾਂ ਮਹਾਰਾਸ਼ਟਰ ਦੇ ਬਰਾਬਰ ਸੀ ਉਹ ਅੱਜ ਚੌਥੇ ਥਾਂ। ਪਰ ਕੁਝ ਸੂਬੇ ਇਹੋ ਜਿਹੇ ਆ, ਕੇਰਲਾ 'ਚ ਕੇਸ ਤਾਂ 400 ਦੇ ਕਰੀਬ ਹੋ ਗਏ ਜੀ, ਮੌਤਾਂ ਸਿਰਫ 3 ਹੋਈਆਂ ਨੇ। ਆ ਪਿਛਲੇ ਹਫ਼ਤੇ ਖਬਰ ਆਈ ਸੀ ਕਿ ਚੌਥਾ ਕੇਸ ਐਕਸਪਾਇਰ ਹੋ ਗਿਆ, ਬਾਅਦ 'ਚ ਪਤਾ ਲੱਗਾ ਕਿ ਉਹ ਅਫਵਾਹ ਸੀ। ਤਿੰਨਾਂ ਤੇ ਅਜੇ ਤੱਕ ਖੜੇ ਨੇ। ਅੱਛਾ, ਜਿਹੜੇ ਉਹ 400 ਤੋਂ ਉੱਪਰ ਕੇਸ ਸੀ ਉਹਨਾਂ ਵਿੱਚੋਂ 200 ਤੋਂ ਵੱਧ ਠੀਕ ਹੋ ਚੁੱਕੇ ਆ, ਉੱਥੇ ਕੋਈ ਬਹੁਤੀ ਸਮੱਸਿਆ ਨਹੀਂ। ਜਿਹੜਾ ਉੜੀਸਾ, ਉਹਦੇ ਵਿੱਚ ਅਜੇ ਤੱਕ 80 ਤੋਂ ਘੱਟ ਕੇਸ ਨੇ ਤੇ ਮੌਤ ਇੱਕ ਵੀ ਨਹੀਂ ਹੋਈ ਜੀ। ਹੁਣ ਉੱਥੋਂ ਵਾਲਿਆਂ ਨੂੰ ਗੁਜਰਾਤ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਨਾਲ ਬਰਾਬਰਤਾ ਤੋਲਿਆ ਨਹੀਂ ਜਾ ਸਕਦਾ ਜੀ। ਉੱਥੇ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਉਹ ਛੋਟਾਂ ਵੀ ਦੇ ਸਕਦੇ ਆ, ਕਿਉਂਕਿ ਉੱਥੇ ਸਮੱਸਿਆ ਕੋਈ ਨਹੀਂ, ਹਾਲਾਤ ਸਾਰੇ ਉਹਨਾਂ ਕੰਟਰੋਲ ਰੱਖੇ ਨੇ। ਇਹਦੇ ਬਾਵਜੂਦ ਜਦੋਂ ਕੇਰਲਾ ਵਾਲੇ ਕੁਝ ਛੋਟਾਂ ਦੇਣ ਲੱਗੇ ਤੇ ਭਾਰਤ ਸਰਕਾਰ ਨੇ ਆਖਿਆ ਜੀ ਬਿਲਕੁਲ ਕੋਈ ਛੋਟ ਨਹੀਂ ਦੇਣੀ ਜੀ, ਉਹਨਾਂ ਨੂੰ ਸਖਤੀ ਨਾਲ ਰੋਕ ਦਿੱਤਾ ਤੇ ਉਹ ਛੋਟਾਂ ਦੇ ਨਹੀਂ ਸਕੇ। ਉੜੀਸਾ ਕਿਸੇ ਚਰਚਾ 'ਚ ਆਉਂਦਾ ਹੀ ਨਹੀਂ, ਨਾ ਕੇਂਦਰ ਵਾਲੇ ਉਹਦੇ ਮਾਮਲੇ 'ਚ ਦਖਲ ਦਿੰਦੇ ਆ, ਨਾ ਉਹ ਕੇਂਦਰ ਦੇ ਮਾਮਲਿਆਂ 'ਚ ਦਖਲ ਦਿੰਦਾ। ਪਰ ਆਪਣਾ ਸੂਬਾ ਉਹਨੇ ਇਹੋ ਜਿਹਾ ਜਕੜ ਕੇ ਰੱਖਿਆ ਕਿ ਉੱਥੇ ਹੁਣ ਤੱਕ ਕੋਈ ਸਮੱਸਿਆ ਆਈ ਨਹੀਂ। ਲਾਕਡਾਊਨ ਕਰਨ ਲੱਗਿਆ ਵੀ ਬਾਕੀਆਂ ਤੋਂ ਪਹਿਲਾਂ ਉਹਨੇ ਕਰ ਦਿੱਤਾ ਜੀ। ਇਸ ਤਰ੍ਹਾਂ ਚਾਰ ਫਿਰ ਉਹਨੇ ਸਥਿਤੀ ਕਾਬੂ 'ਚ ਰੱਖੀ ਆ ਕਿ ਨਾ ਉੱਥੇ ਕੇਸ ਬਹੁਤੇ ਹੋ ਸਕੇ, ਨਾ ਮੌਤਾਂ ਹੋ ਸਕੀਆਂ। ਇੱਕ ਵੀ ਮੌਤ ਹੁਣ ਤੱਕ ਨਾ ਹੋਣਾ, ਇਹ ਬਹੁਤ ਵੱਡੀ ਗੱਲ ਹੈ ਕਿ ਉੜੀਸਾ ਕੋਈ ਛੋਟੀ ਸਟੇਟ ਤਾਂ ਨਹੀਂ ਗਈ ਜੀ। ਸਾਡੇ ਪੰਜਾਬ ਦੇ ਵਿੱਚ ਪਾਰਲੀਮੈਂਟ ਦੀਆਂ 13 ਸੀਟਾਂ ਨੇ, ਉੜੀਸਾ 'ਚ 21 ਆ, ਕੇਰਲਾ 'ਚ 20 ਆ, ਕੇਰਲਾ ਨਾਲੋਂ ਵੀ ਵੱਡਾ ਹੋ ਜੀ। ਪਰ ਜੇ ਉਹ ਸਟੇਟ ਉਹਨੇ ਇਸ ਢੰਗ ਨਾਲ ਸੰਭਾਲ ਲਈ ਆ, ਇੰਨਾ ਵਧੀਆ ਚਲਾ ਰਿਹਾ, ਉਹਦੀ ਸਥਿਤੀ ਵੇਖ ਕੇ ਉਹਦੇ ਮਾਮਲੇ 'ਚ ਕੇਂਦਰ ਸਰਕਾਰ ਨੂੰ ਵੀ ਢਿੱਲ ਦੇਣੀ ਪਊ। ਪੰਜਾਬ ਵਾਲਿਆਂ ਨੇ ਕਰਫਿਊ ਲਾਗੂ ਕਰਤਾ ਸੀ, ਇਹਦੇ ਉੱਤੇ ਕਈਆਂ ਲੋਕਾਂ ਨੇ ਰੌਲਾ ਪਾਤਾ ਜਦੋਂ ਬਾਕੀ ਸਭ ਥਾਵਾਂ ਤੇ ਲਾਕਡਾਊਨ ਹੈ ਤੇ ਤੁਸੀਂ ਕਰਫਿਊ ਲਾਗੂ ਕਰਦੇ ਪਏ ਹੋ। ਇਹਨਾਂ ਨੇ ਆਖਿਆ ਜੀ ਲਾਕਡਾਊਨ ਦੇ ਵਿੱਚ ਵੀ ਕਰਫਿਊ ਵਰਗੀ ਸਥਿਤੀ ਆ, ਅਸੀਂ ਕਰਫਿਊ ਇਸ ਕਰਕੇ ਕੀਤਾ ਕਿ ਲੋਕ ਬਿਲਕੁਲ ਮੰਨਦੇ ਨਹੀਂ ਸੀ। ਇਹ ਵੱਖਰੀ ਗੱਲ ਹੈ ਕਿ ਲੋਕ ਅਜੇ ਤੱਕ ਵੀ ਮੰਨਦੇ ਨਹੀਂ ਜੀ, ਪਰ ਕਰਫਿਊ ਤੇ ਲਾਗੂ ਕੀਤਾ। ਹੁਣ ਕਿਉਂਕਿ ਸਮਾਂ ਹੋ ਗਿਆ ਕਾਫੀ, 22 ਮਾਰਚ ਨੂੰ ਪਹਿਲਾ ਜਨਤਾ ਕਰਫਿਊ ਸੀ, 23 ਤੋਂ ਪੰਜਾਬ 'ਚ ਕਰਫਿਊ ਤੇ ਬਾਕੀ ਸੂਬਿਆਂ 'ਚ ਲਾਕਡਾਊਨ ਹੈ। ਅੱਜ ਹੁਣ 23 ਤਾਂ ਹੋ ਗਈ ਜੀ, ਮਹੀਨੇ ਤੋਂ ਇੱਕ ਦਿਨ ਉੱਪਰ ਹੋ ਗਿਆ ਲੋਕਾਂ ਨੂੰ ਘਰਾਂ 'ਚ ਤੜਿਆਂ ਨੂੰ। ਕਾਰਖਾਨੇਦਾਰ ਕਹਿੰਦੇ ਅਸੀਂ ਕਾਰਖਾਨੇ ਚਲਾਉਣੇ ਆ, ਸਰਕਾਰ ਨੇ ਆਖਿਆ ਚਲਾ ਲਓ, ਨਾਲ ਸ਼ਰਤਾਂ ਲਾਤੀਆਂ ਕਿ ਆਹ ਕਰੋ ਜੀ। ਪਹਿਲਾਂ ਜਿਹੜੇ ਕਹਿੰਦੇ ਸੀ ਚਲਾਉਣੇ ਆ ਉਹਨਾਂ ਵਿੱਚੋਂ ਅੱਧੇ ਭੱਜ ਗਏ, ਕਹਿੰਦੇ ਜੀ ਇੰਨੀਆਂ ਸ਼ਰਤਾਂ ਨਾਲ ਅਸੀਂ ਚਲਾ ਹੀ ਨਹੀਂ ਸਕਦੇ। ਸਰਕਾਰ ਨੇ ਆਖਿਆ ਅਸੀਂ ਕਿਹੜਾ ਤੁਹਾਨੂੰ ਹੁਕਮ ਦਿੱਤਾ ਕਿ ਚਲਾਓ, ਅਸੀਂ ਆਖਿਆ ਚਲਾ ਸਕਦੇ ਤੇ ਚਲਾ ਲਓ, ਪਰ ਆਹ ਸ਼ਰਤਾਂ ਮੰਨਣੀਆਂ ਪੈਣੀਆਂ। ਸਮਝਿਆ ਜਾਂਦਾ ਸੀ ਕਿ ਹੁਣ ਸਾਰੇ ਕਾਰਖਾਨੇਦਾਰਾਂ ਨੇ ਨਾ ਕਰ ਦੇਣੀ, ਪਰ ਉਹਨਾਂ ਵਿੱਚੋਂ ਹੀ ਅੱਧ ਪਚੱਧੇ ਆ ਜਿਨ੍ਹਾਂ ਨੇ ਆਖਿਆ ਜੀ ਇਹ ਸ਼ਰਤਾਂ ਮੰਨ ਕੇ ਵੀ ਅਸੀਂ ਕਾਰਖਾਨੇ ਚਲਾਵਾਂਗੇ, ਅਸੀਂ ਹੱਥ ਧਰ ਕੇ ਨਹੀਂ ਬਹਿ ਸਕਦੇ, ਅਸੀਂ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਾਂਗੇ। ਕਰਦੇ ਆ ਕਿ ਨਹੀਂ ਕਰਦੇ, ਕਾਰਖਾਨੇਦਾਰਾਂ ਦਾ ਇੱਕ ਪੁਰਾਣਾ ਵੀ ਸੁਭਾਅ ਕਿ ਵਾਅਦਾ ਕੁਝ ਕਰਦੇ ਹੁੰਦੇ ਆ ਤੇ ਵਾਧਾ ਘਾਟਾ ਵੀ ਕਰ ਜਾਂਦੇ ਕੋਈ ਨਾ ਕੋਈ ਜੀ। ਭੱਠਿਆਂ ਤੇ ਕੰਮ ਚੱਲ ਪਿਆ। ਜਿਹੜਾ ਨੈਸ਼ਨਲ ਹਾਈਵੇ ਆ ਸਾਡਾ, ਉਹਦੇ ਉੱਤੇ ਪੰਜਾਬ ਜਿੱਥੇ ਜਿੱਥੇ ਕੰਸਟਰਕਸ਼ਨ ਰੁਕੀ ਸੀ ਕੱਲ੍ਹ ਦੀ ਚੱਲਣੀ ਵੀ ਸ਼ੁਰੂ ਹੋ ਗਈ ਹੈ। ਜਿਹੜੇ ਕੁਝ ਹਾਟ ਸਪਾਟ ਸੀ ਉਹਨਾਂ ਨੂੰ ਛੱਡ ਕੇ ਬਾਕੀ ਅੱਗੇ ਪਿੱਛੇ ਉਹਨਾਂ ਚਲਾਉਣੀ ਸ਼ੁਰੂ ਕਰ ਦਿੱਤੀ ਹੈ ਜੀ। ਇਹਦੇ ਬਾਰੇ 'ਚ ਹੁਣ ਸਾਰੇ ਪਾਸਿਆਂ ਤੋਂ ਮੰਗ ਉੱਠਦੀ ਸੀ ਤੇ ਪ੍ਰਧਾਨ ਮੰਤਰੀ ਨੇ 27 ਤਰੀਕ ਨੂੰ ਮੀਟਿੰਗ ਸੱਦ ਲਈ ਹੈ। 4 ਦਿਨ ਨੇ, ਇਹਨਾਂ 4 ਦਿਨਾਂ ਦੇ ਵਿੱਚ ਸਾਰੇ ਮੁੱਖ ਮੰਤਰੀ ਆਪੋ ਆਪਣੀ ਥਾਂ ਤੇ ਵੇਖਣਗੇ ਸਾਡੇ ਰਾਜ ਦੀ ਹਾਲਤ ਕੀ ਹੈ। ਫਿਰ ਹੋਣੀ ਤੇ ਵੀਡੀਓ ਕਾਨਫਰੰਸ ਹੈ, ਦਿੱਲੀ ਤੇ ਕਿਸੇ ਜਾਣਾ ਨਹੀਂ ਜੀ। ਤੇ ਜਿਹੜੀ ਵੀਡੀਓ ਕਾਨਫਰੰਸ ਹੋਣੀ ਆ ਉਹਦੇ ਵਿੱਚ ਆਪੋ ਆਪਣੀ ਹਾਲਤ ਦੱਸ ਦੇਣਗੇ, ਕੋਈ ਸਾਂਝੀ ਰਾਏ ਬਣ ਜਾਵੇਗੀ। ਜਾਂ ਇਹ ਵੀ ਹੋ ਸਕਦਾ ਉਹ ਕਹਿ ਦੇਣ ਕਿ ਫਲਾਣੇ ਸੂਬਿਆਂ 'ਚ ਛੋਟਾਂ ਦਿੱਤੀਆਂ ਜਾ ਸਕਦੀਆਂ, ਫਲਾਣੇ 'ਚ ਨਹੀਂ ਦਿੱਤੀਆਂ ਜਾ ਸਕਦੀਆਂ। ਕੇਂਦਰ ਵਿੱਚ ਜਦੋਂ ਦੇਣ ਲੱਗੇ ਆ ਤੇ ਹੁਣ ਪਤਾ ਲੱਗਾ, ਪਹਿਲਾਂ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਕਹਿੰਦੇ ਸੀ ਕਿ ਇਸ ਤਰ੍ਹਾਂ ਇਨਫੈਕਸ਼ਨ ਆਈ, ਬਾਅਦ 'ਚ ਪਤਾ ਲੱਗਾ ਕਿ ਉਹ ਬੰਦੇ ਜਿੰਨੇ ਕੁ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਜੀ। ਫਿਰ ਪਤਾ ਲੱਗਾ ਕਿ ਪਾਰਲੀਮੈਂਟ ਸੈਕਟਰੀਏਟ 'ਚ ਇੱਕ ਬੰਦਾ, ਹੁਣ ਪਤਾ ਲੱਗਾ ਇੱਕ ਮਿਨਿਸਟਰੀ 'ਚ ਵੀ ਇੱਕ ਬੰਦਾ ਇੱਦਾਂ ਚਲਾ ਗਿਆ। ਜੇ ਕੱਲ੍ਹ ਨੂੰ ਛੋਟਾਂ ਦਿੱਤੀਆਂ ਤੋਂ ਇਹ ਸਮੱਸਿਆ ਫਿਰ ਖੜੀ ਹੋਣੀ ਆ, ਇਹ ਵੀ ਵੇਖ ਲਿਆ ਜਾਊਗਾ। ਪਰ ਇਹ ਸਾਰਾ ਕੁਝ 27 ਤਰੀਕ ਦੀ ਮੀਟਿੰਗ 'ਤੇ ਨਿਰਭਰ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਕੀ ਸਟੈਂਡ ਲੈਂਦੇ ਆ ਤੇ ਮੁੱਖ ਮੰਤਰੀ ਕੀ ਫੈਸਲਾ ਲੈਂਦੇ ਆ। 27 ਡਿੱਗਣੀ ਪਊ ਜੀ। ਆਪਾਂ ਪੰਜਾਬ ਦੀ ਗੱਲ ਕਰ ਲਈ ਪੰਜ ਸਾਹਿਬ, ਤਾਂ ਪੰਜਾਬ ਦੇ ਵਿੱਚ ਵਾਹਵਾ ਸਖਤੀਆਂ ਕਹਿੰਦੇ ਅੱਗੇ ਨਾਲੋਂ ਵਧਾਈਆਂ ਨੇ, ਉਹਦਾ ਕਾਰਨ ਕੀ ਸਮਝਦੇ ਹੋ? ਕਿ ਜਿੱਦਾਂ ਕੁਝ ਕੇਸ ਕੁਝ ਸ਼ਹਿਰਾਂ ਤੋਂ ਅਚਾਨਕ ਆਉਣ ਲੱਗ ਪਏ ਤਾਂ ਕਰਕੇ, ਜਾਂ ਹੋਰ ਗੱਲ ਕੋਈ? ਨਹੀਂ, ਸਾਡੇ ਪੰਜਾਬ ਦੇ ਵਿੱਚ ਇੱਕ ਤਾਂ ਇਹ ਆ ਕਿ ਕੇਸ ਵੀ ਵੱਧ ਰਹੇ ਨੇ ਜੀ, ਮੌਤਾਂ ਨਹੀਂ ਵੱਧ ਰਹੀਆਂ। ਮੌਤਾਂ ਅਜੇ ਤੱਕ ਅਸੀਂ 16 ਤੇ ਖੜੇ ਹਾਂ, ਪਰ ਕੇਸ ਵੱਧ ਰਹੇ ਨੇ। ਦੂਜੀ ਗੱਲ ਇਹ ਆ ਕਿ ਸਾਡੇ ਲੋਕ ਅਜੇ ਵੀ ਸਰਕਾਰੀ ਕਾਨੂੰਨਾਂ ਨੂੰ ਟਿੱਚ ਜਾਣਦੇ ਆ ਜੀ। ਇਹ ਤਰੀਕਾ ਗਲਤ ਹੈ, ਮੰਨਣਾ ਸ਼ੁਰੂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਅਜੇ ਵੀ ਮੰਨਣ ਨੂੰ ਤਿਆਰ ਨਹੀਂ, ਸੜਕਾਂ 'ਤੇ ਆਉਂਦੇ ਨੇ। ਪੁਲਿਸ ਨੇ ਘੇਰ ਕੇ ਸਟੇਡੀਅਮਾਂ ਵਿੱਚ ਵੀ ਬੰਦ ਕੀਤਾ ਤੇ ਜਿਹੜੇ ਬਾਕੀ ਰਹਿ ਗਏ ਨੇ ਉਹੀ ਅਕਲ ਕਰ ਲੈਣ।
ਅਜੇ ਵੀ ਆਉਂਦੇ ਨੇ ਜੀ। ਹੁਣ ਕੱਲ੍ਹ ਦਾ ਇੱਥੇ ਜਲੰਧਰ ਦੇ ਵਿੱਚ ਵੀ ਹੋਰਨਾਂ ਥਾਵਾਂ 'ਤੇ ਵੀ ਅਫਸਰਾਂ ਨੇ ਕਹਿ ਦਿੱਤਾ, ਮੈਂ ਪੰਜਾਬ ਦੇ 4-5 ਥਾਵਾਂ ਦੀਆਂ ਰਿਪੋਰਟਾਂ ਪੜ੍ਹੀਆਂ ਕਿ ਉੱਪਰੋਂ ਹਦਾਇਤਾਂ ਆ ਗਈਆਂ ਨੇ, ਜਿਹੜੇ ਲੋਕ ਕਰਫਿਊ ਦੀ ਉਲੰਘਣਾ ਕਰਕੇ ਇਸ ਮੌਕੇ ਬਾਹਰ ਆਉਣਗੇ, ਜੀ, ਅੱਗੇ ਤੋਂ ਇਹ ਲਿਖ ਦਿੱਤਾ ਜਾਣਾ ਕਿ ਇਹਨਾਂ ਦੇ ਡਰਾਈਵਿੰਗ ਲਾਇਸੈਂਸ ਵੀ ਕੈਂਸਲ ਕਰ ਦਿਓ ਅਤੇ ਇਹਨਾਂ 'ਚੋਂ ਜੇ ਕਿਸੇ ਦਾ ਪਾਸਪੋਰਟ ਬਣਿਆ ਤਾਂ ਉਹ ਵੀ ਕੈਂਸਲ ਕਰ ਦਿਓ। ਯਾਨੀ ਉਹਨਾਂ ਦੇ ਅਗਲੇ ਜਿਹੜੇ ਭਵਿੱਖ ਦੇ ਦਿਨ ਨੇ ਉਹ ਵੀ ਖਰਾਬ ਕੀਤੇ ਜਾ ਸਕਦੇ ਜੀ। ਇਹਦੇ ਬਾਵਜੂਦ ਲੋਕ ਨਹੀਂ ਅਜੇ ਤੱਕ ਹਟ ਰਹੇ। ਮੇਰੇ ਕੋਲ ਬਹੁਤ ਸਾਰੇ WhatsApp ਮੈਸੇਜ ਆਉਂਦੇ ਆ, ਪਤਾ ਨਹੀਂ ਸ਼ਾਮ ਤੱਕ ਮੈਂ ਵੇਖਦਾ ਡਿਲੀਟ ਕਰਦਾ, ਇਹਨਾਂ ਫਿਰ ਸਾਰਾ ਭਰ ਜਾਂਦਾ ਜੀ। ਅੱਜ ਜਲੰਧਰ ਦੇ ਵੀ ਆਏ ਆ। ਇੱਥੇ ਜਿਹੜੇ ਇਲਾਕੇ 'ਚ ਸਭ ਤੋਂ ਵੱਧ ਸਮੱਸਿਆ ਗਿਣੀ ਜਾ ਰਹੀ ਹੈ, ਮਿਸਾਲ ਦੇ ਤੌਰ 'ਤੇ ਸੈਂਟਰ ਟਾਊਨ ਦਾ ਇਲਾਕਾ ਜੀ, ਉਹਦੇ ਜਿਹੜਾ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦਾ ਦਫ਼ਤਰ ਆ, ਉਹਦਾ ਦਰਵਾਜ਼ਾ ਵੀ ਸੈਂਟਰ ਟਾਊਨ ਨੂੰ ਸਾਹਮਣੇ ਨਿਕਲਦਾ। ਉਹਦੇ 'ਚ ਸਾਬਕਾ ਮੰਤਰੀ ਦਾ ਘਰ ਆ, ਉਹਦੇ ਵਿੱਚ ਹੋਰ ਕਾਫੀ ਖਾਂਦੇ ਪੀਂਦੇ ਲੋਕਾਂ ਦੇ ਵੀ ਘਰ ਨੇ। ਅੱਧੇ ਤੋਂ ਜ਼ਿਆਦਾ ਸੈਂਟਰ ਟਾਊਨ ਸੀਲ ਕੀਤਾ, ਪਰ ਜਿੱਥੇ ਜਾ ਕੇ ਸੈਂਟਰ ਟਾਊਨ ਦਾ ਦਰਵਾਜ਼ਾ ਨਿਕਲਦਾ ਉੱਥੇ ਲੋਕ ਕੀ ਕਰਦੇ ਆ ਕਿ ਸੈਰ ਕਰਨ ਨਿਕਲ ਤੁਰਦੇ ਸਵੇਰੇ ਉੱਠ ਕੇ। ਹਰ ਇੱਕ ਨੇ ਜੇਬ ਦੇ ਵਿੱਚ ਇੱਕ ਪਰਚੀ ਪਾਈ ਆ। ਜੇ ਕੋਈ ਪੁਲਿਸ ਵਾਲਾ ਪੁੱਛਦਾ, ਕਹਿੰਦਾ ਜੀ ਬਜ਼ੁਰਗ ਮਾਤਾ ਬਿਮਾਰ ਸੀ, ਉਹਦੀ ਦਵਾਈ ਲੈਣ ਚੱਲਿਆ, ਅਤੇ ਪੁਲਿਸ ਵਾਲੇ ਲੰਘ ਜਾਂਦੇ ਆ ਅਤੇ ਪਰੇ ਜਾ ਕੇ ਹੱਸ ਪੈਂਦੇ ਆ। 5-5 6-6 ਬੀਬੀਆਂ ਰਲ ਕੇ ਸੈਰ ਕਰਦੀਆਂ ਨੇ। ਜੇ ਉਹ ਪੁਲਿਸ ਵਾਲੇ ਪੁੱਛਦੇ ਆ ਅਤੇ ਉਹ ਕਹਿੰਦੀਆਂ ਜੀ ਜਰਾ ਸੀ ਉੱਥੇ ਸਬਜ਼ੀ ਖਰੀਦਣ ਚੱਲੀਆਂ ਹੋਣੇ, ਮੁੜ ਆਉਣਾ। ਕੋਈ ਸਬਜ਼ੀ ਖਰੀਦਣ ਨਹੀਂ ਜਾਂਦੀਆਂ, ਉੱਥੇ ਸੈਰ ਕਰਨ ਜਾਂਦੀਆਂ ਨੇ। ਜੇ ਕਿਤੇ ਸਬਜ਼ੀ ਵਾਲੀ ਰੇਹੜੀ ਦੇ ਉੱਤੇ ਵੀ ਖਲੋਂਦੀਆਂ ਨੇ ਅਤੇ 8-8 10-10 ਇਕੱਠੀਆਂ ਝੁਰਮਟ ਪਾ ਕੇ ਖਲੋਂਦੀਆਂ ਨੇ। ਬੰਦੇ ਵੀ ਇਸੇ ਤਰ੍ਹਾਂ ਸੈਰ ਕਰ ਰਹੇ ਨੇ, ਯਾਨੀ ਉਹ ਸਮਝਦੇ ਹੀ ਨਹੀਂ ਕਿ ਸਾਨੂੰ ਕੋਈ ਖਤਰਾ। ਅਤੇ ਉਹ ਜੇ ਇੱਦਾਂ ਦੀ ਸਖਤੀ ਨਾ ਕੀਤੀ ਜਾਵੇ ਪੰਜਾਬ 'ਚ ਤਾਂ ਲੋਕ ਰੁਕਣਗੇ ਨਹੀਂ। ਦੂਸਰਾ ਪਾਸਾ ਇਹ ਆ ਕਿ ਇੱਥੇ ਸਖਤੀ ਦੇ ਨਾਂ 'ਤੇ ਕੁਛ ਲੋਕਾਂ ਨੇ ਆਪੋ ਆਪਣੀਆਂ ਗਲੀਆਂ 'ਚ ਦੂਸਰਿਆਂ ਥਾਵਾਂ 'ਤੇ ਗੇਟ ਗੂਟ ਬਣਾਉਣੇ ਸ਼ੁਰੂ ਕਰ ਦਿੱਤੇ ਜੀ। ਆਪਣੇ ਆਪ ਨੂੰ ਹੀ ਖੁਦਾਈ ਫੌਜਦਾਰ ਸਮਝ ਲਿਆ। ਕਈਆਂ ਗਲੀਆਂ ਦੇ ਉੱਤੇ ਪਹਿਲਾਂ ਵੀ ਗੇਟ ਲੱਗੇ ਸੀ। ਇਹ ਗੇਟ ਗੈਰ ਕਾਨੂੰਨੀ ਆ ਜੀ। ਅੱਗੇ ਇਹਦੇ ਉੱਤੇ ਝਗੜਾ ਪਿਆ ਸੀ ਇੱਕ ਵਾਰੀ। ਮੈਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਪੁੱਛਿਆ ਜੀ, ਸਾਡੇ ਕੋਲ ਦੋਵੇਂ ਕਿਸਮ ਦੀਆਂ ਖਬਰਾਂ ਆਉਂਦੀਆਂ, ਇਹ ਗੱਲ ਪਿਛਲੇ ਸਾਲ ਦੀ ਹੈ, ਕਿ ਗੇਟ ਇੱਥੇ ਲੱਗਾ ਜਿਹੜਾ ਇਹ ਕਾਨੂੰਨੀ ਆ ਕਿ ਗੈਰ ਕਾਨੂੰਨੀ ਹੈ ਜੀ। ਕਿਉਂਕਿ ਹੋਇਆ ਇਹ ਸੀ, ਉਦੋਂ ਇੱਥੇ ਇੱਕ ਮੰਤਰੀ ਨੇ ਜਾ ਕੇ ਕਿਤੇ ਗੇਟ ਲਵਾ ਦਿੱਤਾ ਜੀ, ਅਤੇ ਮੇਅਰ ਨੇ ਆ ਕੇ ਪੁਟਵਾ ਦਿੱਤਾ। ਉਹਨੇ ਆਖਿਆ ਜੀ ਗੈਰ ਕਾਨੂੰਨੀ ਆ, ਇੱਥੇ ਲੱਗ ਨਹੀਂ ਸਕਦਾ ਗੇਟ, ਕਿਉਂਕਿ ਮੇਅਰ ਦੀ ਅਤੇ ਮੰਤਰੀ ਦੀ ਬਣਦੀ ਨਹੀਂ ਸੀ ਜੀ। ਅਤੇ ਬਾਅਦ ਵਿੱਚ ਮੰਤਰੀ ਨੇ ਕੇਸ ਚੁੱਕ ਲਿਆ ਕਿ ਇਹੋ ਮੇਅਰ ਅਜੇ ਪਿਛਲੇ ਹਫ਼ਤੇ ਇਸੇ ਕਲੋਨੀ ਦੇ ਦੂਸਰੇ ਪਾਸੇ ਆਪ ਗੇਟ ਲਾ ਕੇ ਆਇਆ, ਉਹ ਕਿੱਦਾਂ ਲਾ ਦਿੱਤਾ ਸੀ ਜੀ। ਮੈਂ ਫਿਰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਪੁੱਛਿਆ ਕਾਨੂੰਨ ਕੀ ਆ? ਕਹਿੰਦਾ ਜੀ ਕਾਨੂੰਨ ਮੈਂ ਕਿਹਾ ਕੀ ਮਤਲਬ ਜੀ? ਕਹਿੰਦਾ ਕਾਨੂੰਨ ਵਿੱਚ ਲਿਖਿਆ ਹੀ ਕੱਖ ਨਹੀਂ। ਅਗਲੇ ਪਾਸੇ ਜੇ ਗੇਟ ਲੱਗਾ ਹੋਵੇ ਅਤੇ ਮੈਨੂੰ ਇਹ ਹਦਾਇਤ ਹੋਵੇ ਪਿਆ ਕਿ ਆਪਾਂ ਗੇਟ ਨਹੀਂ ਲੱਗਣ ਦੇਣਾ, ਅਤੇ ਮੈਂ ਜਾ ਕੇ ਕਹਿ ਸਕਦਾ, ਮੌਕੇ ਦਾ ਅਫਸਰ ਮੈਂ ਆ, ਵੀ ਤੁਸੀਂ ਕਾਨੂੰਨ ਦੱਸੋ ਕਿਹੜੇ ਕਾਨੂੰਨ ਮੁਤਾਬਕ ਗੇਟ ਲਾਇਆ ਜੀ। ਜੇ ਕਿਤੇ ਲਵਾਉਣਾ ਹੋਵੇ ਅਤੇ ਦੂਜੀ ਤੇ ਰੋਕਦੀ ਹੋਵੇ ਅਤੇ ਮੈਂ ਜਾ ਕੇ ਇਹ ਕਹਿ ਸਕਦਾ, ਤੁਸੀਂ ਦੱਸੋ ਕਿਹੜੇ ਕਾਨੂੰਨ ਦੇ ਮੁਤਾਬਕ ਤੁਸੀਂ ਰੋਕਦੇ ਜੇ। ਰੋਕਣ ਦਾ ਕਾਨੂੰਨ ਹੀ ਕੋਈ ਨਹੀਂ। ਕਾਨੂੰਨ ਨਾ ਲਾਉਣ ਦਾ ਨਾ ਰੋਕਣ ਦਾ, ਇਹ ਖਾਨਾ ਖਾਲੀ ਛੱਡਿਆ ਗਿਆ ਜੀ। ਹੁਣ ਕਈਆਂ ਥਾਵਾਂ 'ਤੇ ਇਸ ਗੱਲ ਦਾ ਫਾਇਦਾ ਲੈ ਕੇ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀਆਂ ਗਲੀਆਂ 'ਤੇ ਆਪੇ ਗੇਟ ਲਾ ਲਏ। ਇਹ ਸਾਰੇ ਦੇ ਸਾਰੇ ਗੇਟ ਗੈਰ ਕਾਨੂੰਨੀ ਹੈ ਜੀ। ਕੱਲ੍ਹ ਜਲੰਧਰ ਦੇ ਵਿੱਚ ਇੱਕ ਥਾਂ ਦੇ ਉੱਤੇ ਇੱਕ ਕੁੜੀ ਬਿਮਾਰ ਹੋ ਗਈ, ਵੇਲੇ ਸਿਰ ਗੇਟ ਦੀ ਚਾਬੀ ਨਹੀਂ ਲੱਭ ਸਕੀ, ਗੇਟ ਦੇ ਉੱਤੇ ਕੋਈ ਗਾਰਡ ਨਹੀਂ ਖੜਾ ਕੀਤਾ ਜੀ। ਕੁਝ ਜਿਹੜੀਆਂ ਅਮੀਰਾਂ ਦੀਆਂ ਕਲੋਨੀਆਂ ਉੱਥੇ ਦੇ ਗਾਰਡ ਵੀ ਲਾ ਦਿੱਤੇ ਨੇ, ਬਾਕੀ ਥਾਵਾਂ 'ਤੇ ਗਾਰਡ ਕੋਈ ਨਹੀਂ। ਕਹਿੰਦੇ ਜੀ ਚਾਬੀ ਇੱਕ ਦਿਨ ਫਲਾਣੇ ਦੇ ਘਰ, ਇੱਕ ਦਿਨ ਫਲਾਣੇ ਦੇ। ਕੁੜੀ ਬਿਮਾਰ ਹੈ, ਉਹਨੂੰ ਚਾਬੀ ਲੱਭਦੇ ਫਿਰਦੇ ਕਿ ਚਾਬੀ ਕਿਹਦੇ ਘਰ ਆ। ਕਰਫਿਊ 'ਚ ਅੱਡ ਦਰਵਾਜ਼ੇ ਖੜਕਾ ਕੇ ਪੁੱਛਣਾ ਪੈ ਰਿਹਾ ਜੀ। ਜਦ ਤੱਕ ਚਾਬੀ ਲੈ ਕੇ ਆਏ ਉਹ ਲੇਟ ਬਹੁਤ ਹੋ ਗਈ। ਉਹਨੇ ਚਿਰ ਤੱਕ ਕੁੜੀ ਡਿਪਰੈਸ਼ਨ ਸੀ, ਉਹਨੂੰ ਹਸਪਤਾਲ ਲੈ ਕੇ ਗਏ, ਉੱਥੇ ਜਾ ਕੇ ਮਰ ਗਈ ਜੀ। ਉਹਦਾ ਜ਼ਿੰਮੇਵਾਰ ਕੌਣ ਹੈ? ਉਹ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਗੇਟ ਲਾਏ ਆ। ਅਦਾਲਤਾਂ ਨੇ ਫੈਸਲੇ ਦਿੱਤੇ ਆ, ਅਦਾਲਤਾਂ ਦੇ ਫੈਸਲੇ ਵੀ ਕਨਫਿਊਜ਼ਡ ਹੈ। ਕਿਸੇ ਥਾਂ 'ਤੇ ਅਦਾਲਤਾਂ ਨੇ ਫੈਸਲਾ ਦੇ ਦਿੱਤਾ ਕਿ ਗਲੀ ਦੇ ਵਾਲੇ ਜੇ ਆਪਣੀ ਸੁਰੱਖਿਆ ਵਾਸਤੇ ਗੇਟ ਲਾਉਂਦੇ ਆ ਤਾਂ ਲਾ ਲੈਣ। ਕਈਆਂ ਥਾਵਾਂ 'ਤੇ ਅਦਾਲਤਾਂ ਨੇ ਫੈਸਲਾ ਦੇ ਦਿੱਤਾ ਕਿ ਇਹ ਖੁੱਲ੍ਹਾ ਰਸਤਾ, ਇੱਥੇ ਕੋਈ ਗੇਟ ਨਹੀਂ ਲਾਇਆ ਜਾ ਸਕਦਾ। ਸਭ ਥਾਵਾਂ 'ਤੇ ਅੱਡੋ ਅੱਡ ਨੇ। ਇਹ ਦੇਸ਼ ਕਿੱਦਾਂ ਦਾ ਜਿੱਥੇ ਕਾਨੂੰਨ ਦੀ ਇੰਟਰਪ੍ਰੀਟੇਸ਼ਨ, ਇਹਦੀ ਜਿਹੜੀ ਵਿਆਖਿਆ ਹਰ ਕੋਈ ਆਪੋ ਆਪਣੀ ਮਰਜ਼ੀ ਮੁਤਾਬਕ ਕਰੀ ਜਾਂਦਾ। ਇਹਦਾ ਕਿਤੇ ਜਾ ਕੇ ਕੋਈ ਨਿਬੇੜਾ ਹੋਣਾ ਚਾਹੀਦਾ। ਇਸੇ ਤਰ੍ਹਾਂ ਹੀ ਜਿਹੜੀ ਇਸ ਵੇਲੇ ਸਖਤੀਆਂ ਦੀ ਗੱਲ ਆ, ਉਹਨਾਂ ਸਖਤੀਆਂ ਦੇ ਵਿੱਚ ਵੀ ਜਦ ਤੱਕ ਮਤਲਬ ਉੱਪਰਲੇ ਪਾਸੇ ਸਵਾਲ ਵੱਡਾ ਇਸ ਵੇਲੇ ਇਹ ਨਹੀਂਗਾ ਕਿ ਕਾਨੂੰਨ ਆ ਕਹਿੰਦਾ ਅਤੇ ਕਾਨੂੰਨ ਆ ਨਹੀਂ ਕਹਿੰਦਾ। ਉਹਦੇ ਨਾਲ ਵੱਡਾ ਸਵਾਲ ਇਹ ਬਣਿਆ ਪਿਆ ਕਿ ਜੇ ਸਖਤੀ ਨਾ ਕੀਤੀ ਇਹ ਬਿਮਾਰੀ ਫੈਲ ਗਈ ਜੀ, ਅਤੇ ਫਿਰ ਇੱਕ ਨਹੀਂ ਦੋ ਨਹੀਂ, ਫਿਰ ਸਾਰੇ ਮਰਨਗੇ। ਉਹਨੂੰ ਬਚਾਉਣ ਵਾਸਤੇ ਇੱਕੋ ਤਰੀਕਾ ਕਿ ਪ੍ਰਸ਼ਾਸਨ ਆਖਰਕਾਰ ਜਿਹੜੀਆਂ ਗਲੀਆਂ 'ਚ ਜਾ ਕੇ ਇਹ ਡਿਸਿਪਲਿਨ ਲਾਗੂ ਕਰਦੇ ਪਏ ਜੀ। ਇਹਨਾਂ ਪੁਲਿਸ ਵਾਲਿਆਂ 'ਚ ਹੁਣ ਤੱਕ ਕਿੰਨੇ ਇਨਫੈਕਟਡ ਹੋਏ ਨੇ? ਇੱਕ ਤਾਂ DSP ਰੈਂਕ ਦਾ ACP ਮਰ ਵੀ ਗਿਆ ਜੀ।
ਉਹਦੇ ਨਾਲ ਦੇ 3 SHO ਫਸੇ ਪਏ ਨੇ, 8-10 ਜਿਹੜੇ ਉਹਦੇ ਗਨਮੈਨ, ਉਸ ACP ਦੀ ਘਰਵਾਲੀ ਨੂੰ ਵੀ ਹੋ ਗਿਆ ਜੀ। ਹੋਰ ਵੀ ਕਈਆਂ ਥਾਵਾਂ ਤੇ ਹੈ। ਮੱਧ ਪ੍ਰਦੇਸ਼ 'ਚ ਹੁਣ ਤੱਕ 3 ਅਫਸਰ ਮਰ ਚੁੱਕੇ ਆ, ਜਿਨ੍ਹਾਂ 'ਚੋਂ 2 ਥਾਣਾ ਲੈਵਲ ਦੇ ਸੀ, ਇੱਕ ਸ਼ਾਇਦ ਕੋਈ SP ਸੀਗਾ। ਹੋਰਨਾਂ ਥਾਵਾਂ ਦੇ ਉੱਤੇ ਵੀ ਮਹਾਰਾਸ਼ਟਰ 'ਚ ਵੀ ਇਹ ਪ੍ਰੋਬਲਮ ਆਈ ਹੈ ਜੀ। ਇਹ ਲੋਕ ਜਦੋਂ ਜਾਂਦੇ ਪਏ ਆ ਤੇ ਉਹਨਾਂ ਦੀ ਇਸ ਤਰ੍ਹਾਂ ਸਖਤੀ ਕਰਕੇ ਤੇ ਉਹਨਾਂ ਨੂੰ ਘੇਰ ਕੇ ਕਹਿੰਦੇ ਘਰਾਂ ਨੂੰ ਚਲੋ, ਜਾਂ ਕਿਸੇ ਨੂੰ ਘੇਰ ਕੇ ਗ੍ਰਿਫਤਾਰ ਕਰਕੇ ਵੀ ਲਿਜਾਂਦੇ ਆ, ਜਾਨ ਤਾਂ ਇਹ ਵੀ ਖਤਰੇ 'ਚ ਪਾਉਂਦੇ ਪਏ ਹਨ। ਪਰ ਫਿਰ ਵੀ ਜੇ ਸਾਡੇ ਲੋਕਾਂ ਨੇ ਇਸ ਗੱਲ ਨੂੰ ਸਮਝਣਾ ਹੀ ਨਹੀਂ ਕਿ ਸਖਤੀ ਸਾਡੇ ਭਲੇ ਵਾਸਤੇ ਆ, ਤੇ ਅਖੀਰ ਫਿਰ ਰਸਤਾ ਕੀ ਹੋਊ? ਸਾਡੇ ਪੰਜਾਬੀ 'ਚ ਕਹਿੰਦੇ ਨੇ ਡੰਡਾ ਪੀਰ ਆ ਵਿਗੜਿਆਂ ਤਿਗੜਿਆਂ ਦਾ। ਫਿਰ ਜਿਹੜਾ ਬਿਲਕੁਲ ਨਹੀਂ ਰੋਕਾਉਂਦਾ ਉਹਦੇ ਵਾਸਤੇ ਡੰਡਾ ਪੀਰ ਹੋ ਜਾਏਗਾ। ਇਹ ਸਖਤੀ ਕਿਤੇ ਨਾ ਕਿਤੇ ਲਾਗੂ ਕਰਨੀ ਪੈਣੀ ਸੀ ਤੇ ਹੁਣ ਕਰਨ ਦਾ ਵਕਤ ਆ ਗਿਆ। ਇੱਕ ਪਰਸੋਂ ਸਵਾਲ ਦਿਮਾਗ 'ਚ ਇਹ ਆਉਂਦਾ ਕਿ ਵੀ ਪਿਛਲੇ ਸਮੇਂ ਜਦੋਂ ਵਿਸਾਖੀ ਦਾ ਤਿਉਹਾਰ ਸੀ ਜਾਂ ਹੋਰ ਤਿਉਹਾਰ ਸੀ ਤਾਂ ਉਦੋਂ ਪੰਜਾਬ ਸਰਕਾਰ ਨੇ ਸਿੰਘ ਸਾਹਿਬ ਨੂੰ ਕਿਹਾ ਕਿ ਵੀ ਆਪਾਂ ਇਕੱਠ ਨਹੀਂ ਕਰਨਾ। ਫਿਰ ਆਪਾਂ ਇਹ ਵੀ ਸੁਣਦੇ ਹਾਂ ਕਿ ਬਹੁਤ ਸਾਰੀਆਂ ਥਾਵਾਂ ਤੋਂ ਜਿਹੜੇ ਮੰਦਿਰ ਨੇ ਉਹਨਾਂ ਦੇ ਵਿੱਚ ਵੀ ਦਰਸ਼ਨ ਨਹੀਂ ਕਰਨ ਦਿੱਤੇ ਜਾ ਰਹੇ ਭਗਤਾਂ ਨੂੰ। ਪਰ ਮੁਸਲਮਾਨ ਭਾਈਚਾਰੇ ਦਾ ਹੁਣ ਜਿਹੜਾ ਅਗਲਾ ਮਹੀਨਾ ਜੀ ਰਮਜ਼ਾਨ ਦਾ ਮਹੀਨਾ, ਉਹ ਬੜਾ ਇੰਪੋਰਟੈਂਟ ਆ ਤੇ ਉਹਦਾ ਕਰਕੇ ਬਹੁਤ ਸਾਰੀਆਂ ਥਾਵਾਂ ਤੋਂ ਮੰਗ ਵੀ ਉੱਠੀ ਸੀ ਸਾਨੂੰ ਜਾਣ ਦਿੱਤਾ ਜਾਵੇ। ਉਹਦੇ ਬਾਰੇ ਪੰਜਾਬ ਸਰਕਾਰ ਦੀਆਂ ਕੋਈ ਇੰਸਟਰਕਸ਼ਨਾਂ ਜੀ? ਪੰਜਾਬ ਸਰਕਾਰ ਨੇ ਕੱਲ੍ਹ ਇੰਸਟਰਕਸ਼ਨਾਂ ਦਿੱਤੀਆਂ ਜੀ। ਉਹਨਾਂ ਨੇ ਆਖਿਆ ਜੀ ਪਹਿਲੀ ਗੱਲ, ਰਮਜ਼ਾਨ ਦੇ ਵਿੱਚ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਮਸਜਿਦਾਂ 'ਚ ਨਾ ਜਾਓ, ਆਪੋ ਆਪਣੇ ਘਰਾਂ 'ਚ ਨਮਾਜ਼ ਪੜ੍ਹੋ। ਜੀ। ਅਜਮੇਰ ਸ਼ਰੀਫ ਤੋਂ ਹਜ਼ਰਤ ਨਿਜ਼ਾਮੁਦੀਨ ਚਿਸ਼ਤੀ ਦੀ ਦਰਗਾਹ ਤੋਂ ਵੀ ਸਭ ਥਾਵਾਂ 'ਤੇ ਜੇ ਇਹ ਅਪੀਲਾਂ ਆ ਰਹੀਆਂ ਨੇ ਕਿ ਮੁਸਲਮਾਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਘਰ ਦੇ ਵਿੱਚ ਨਮਾਜ਼ ਪੜ੍ਹੋ ਜੀ, ਤੇ ਇੱਥੇ ਵੀ ਹੈ, ਸਾਰਿਆਂ ਨੂੰ ਮੰਨਣੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਆਖਿਆ ਕਿ ਨਾ ਜਾਓ। ਅੱਗੇ ਜਦੋਂ ਰੋਜ਼ੇ ਰੱਖਦੇ ਆ ਫਿਰ ਸ਼ਾਮ ਨੂੰ ਇਫਤਾਰ ਪਾਰਟੀਆਂ ਵੀ ਹੁੰਦੀਆਂ। ਇਫਤਾਰ ਪਾਰਟੀਆਂ ਦੇ ਵਿੱਚ ਹਰ ਕੋਈ ਇੱਕ ਦੂਸਰੇ ਤੋਂ ਹੋੜ ਲੱਗੀ ਹੁੰਦੀ ਹੈ, ਵੱਧ ਮਹਿਮਾਨ ਸੱਦਦਾ ਜੀ। ਇਸ ਵੇਲੇ ਪੰਜਾਬ ਸਰਕਾਰ ਨੇ ਕਹਿ ਦਿੱਤਾ ਕੋਈ ਇਫਤਾਰ ਪਾਰਟੀਆਂ ਨਹੀਂ, ਇਸ ਤਰ੍ਹਾਂ ਦਾ ਕੁਛ ਨਹੀਂ ਕਰਨਾ। ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਇਹ ਵੀ ਆਖਿਆ ਕਿ ਸਮੂਹਿਕ ਤੌਰ 'ਤੇ ਕਰਨ ਵਾਲਾ ਕੋਈ ਵੀ ਫੰਕਸ਼ਨ, ਕੋਈ ਵੀ ਕਾਰਜ ਨਹੀਂ ਕਰਨਾ, ਨਾ ਨਮਾਜ਼ ਨਾ ਹੋਰ, ਸਾਰੇ ਆਪੋ ਆਪਣਾ ਕਰੋ, ਘਰਾਂ 'ਚ ਕਰ ਲਓ, ਉਹ 'ਤੇ ਕੋਈ ਪਾਬੰਦੀ ਨਹੀਂ। ਇੱਕ ਗੱਲ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ, ਫਿਰ ਖਾਸ ਤੌਰ 'ਤੇ ਈਦ ਦਾ ਵੀ ਮੌਕਾ ਆਉਣਾ ਜੀ। ਮੁਸਲਮਾਨਾਂ 'ਚ ਇਹ ਰਵਾਇਤ ਆ ਕਿ ਹਰ ਇੱਕ ਨੂੰ ਜਿਹੜਾ ਵੀ ਆ ਪੁਰਾਣੇ ਮਤਭੇਦ ਵੀ ਹੋਣ ਉਹ ਵੀ ਭੁਲਾ ਕੇ ਤੇ ਇੱਕ ਦੂਸਰੇ ਦੇ ਗਲੇ ਮਿਲਦੇ ਦੋਵੇਂ ਪਾਸੇ ਜੀ, ਰਿਵਾਜ ਹੈਗਾ। ਇਸ ਵੇਲੇ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਆ ਕਿ ਇੱਕ ਦੂਸਰੇ ਨਾਲ ਕਿਸੇ ਨੇ ਹੱਥ ਨਹੀਂ ਮਿਲਾਉਣਾ, ਇੱਕ ਦੂਸਰੇ ਦੇ ਗਲੇ ਨਹੀਂ ਮਿਲਣਾ। ਫਿਰ ਕੀ ਕਰੋ? ਤੁਸੀਂ ਇੱਕ ਦੂਸਰੇ ਨਾਲ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹੋ? ਦੁਨੀਆ ਦੇ ਵਿੱਚ ਰਿਵਾਜ ਪਿਆ, ਆਪਣੇ ਦਿਲ 'ਤੇ ਹੱਥ ਰੱਖੋ, ਸਿਰ ਝੁਕਾ ਦਿਓ, ਇਹ ਵੀ ਹੈ ਜੀ। ਦੂਜਾ ਹੈ ਕਿ ਉੱਦਾਂ ਹੀ ਹੱਥ ਝੁਕਾ ਦਿਓ, ਸਿਰ ਝੁਕਾ ਦਿਓ। ਤੀਜਾ ਹੈ ਕਿ ਹੱਥ ਜੋੜ ਦਿਓ। ਉਹ ਹੱਥ ਜੋੜਦਾ ਇੱਕ ਕਿਸਮ ਦਾ ਆਪਣੇ ਜਿਹੜਾ ਸਤਿਕਾਰ ਹੈ, ਆਪਣੀ ਰਿਸਪੈਕਟ ਹੈ, ਦੂਜੇ ਨੂੰ ਦੇਣ ਦੀ ਗੱਲ ਹੈ। ਇਹਨਾਂ 'ਚ ਕੋਈ ਵੀ ਰਸਤਾ ਤੁਸੀਂ ਇਖਤਿਆਰ ਕਰ ਸਕਦੇ ਆ, ਪਰ ਤੁਸੀਂ ਉਹ ਮਿਲਣਾ ਨਹੀਂ ਇਸ ਵੇਲੇ। ਇਹ ਸਾਰੀਆਂ ਜਿਹੜੀਆਂ ਹਦਾਇਤਾਂ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ, ਇਹਦਾ ਵਿਰੋਧ ਕਿਸੇ ਪਾਸਿਓਂ ਨਹੀਂ ਹੋਇਆ। ਚੁਣਵੇਂ ਥਾਵਾਂ ਤੋਂ ਕੁਝ ਮੌਲਵੀਆਂ ਨੇ ਇਹਦੀ ਹਮਾਇਤ ਵਿੱਚ ਬਿਆਨ ਦਿੱਤੇ ਆ ਕਿ ਮੰਨ ਲੈਣੀਆਂ ਚਾਹੀਦੀਆਂ ਇਸ ਵਾਰੀ। ਜਿਹੜੇ ਲਾਊਡ ਸਪੀਕਰਾਂ ਦਾ ਸਿਸਟਮ ਆ ਉਹਦੇ ਬਾਰੇ ਵੀ ਆਖਿਆ ਕਿ ਜੇ ਤੁਸੀਂ ਨਮਾਜ਼ ਦੇ ਟਾਈਮ ਬਾਰੇ ਕੋਈ ਅਨਾਊਂਸਮੈਂਟ ਕਰਨੀ ਹੈ ਤਾਂ ਕਰੋ, ਉੱਦਾਂ ਫੰਕਸ਼ਨਾਂ ਵਾਸਤੇ ਕੋਈ ਲਾਊਡ ਸਪੀਕਰ ਕਿਸੇ ਥਾਂ 'ਤੇ ਨਹੀਂ ਚੱਲਣਾ ਚਾਹੀਦਾ। ਮੇਰਾ ਖਿਆਲ ਜਿੰਨੀਆਂ ਕੁ ਗੱਲਾਂ ਇਹ ਆਖੀਆਂ ਗਈਆਂ ਉਹ ਸਾਰੀਆਂ ਉਹ ਜਿਹੜੀਆਂ ਮੰਨਣਯੋਗ ਨੇ ਅਤੇ ਮੰਨ ਲੈਣੀਆਂ ਚਾਹੀਦੀਆਂ। ਇਹਦਾ ਵਿਰੋਧ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਜੀ। ਪਰ ਸਭ ਇਹ ਜਿਸ ਧਰਤੀ ਦੀ ਆਪਾਂ ਗੱਲ ਕਰਦੇ ਹਾਂ, ਵੰਡੀ ਤੇ ਇਹੋ ਹੀ ਗਈ ਸੀ 47 'ਚ, ਤੇ ਬੰਦੇ ਤੇ ਲਗਭਗ ਉਹੀ ਹੈ ਜਿਹੜੇ ਤਾਰੋਂ ਪਾਰ ਵਾਲੇ ਆ, ਤੇ ਮਹੀਨਾ ਉੱਧਰ ਵੀ ਉਹੀ ਆਉਣਾ ਤੇ ਸਮਾਂ ਵੀ ਉਹੀ ਆਉਣਾ, ਤੇ ਉੱਧਰ ਦੀ ਸਰਕਾਰ ਦੀਆਂ ਹਦਾਇਤਾਂ ਤੇ ਉੱਧਰਲੇ ਜਿਹੜੇ ਮੌਲਵੀਆਂ ਦਾ ਗਰਮ ਸੁਭਾਅ, ਉਹਨੂੰ ਕਿਵੇਂ ਦੇਖਦੇ ਹੋ? ਉੱਧਰਲੀ ਸਰਕਾਰ ਮੌਲਵੀਆਂ ਦੇ ਦਬਾਅ ਥੱਲੇ। ਪਹਿਲਾਂ ਪ੍ਰਧਾਨ ਮੰਤਰੀ ਨੇ ਆਖਿਆ ਸੀ ਰੋਕਣਾ ਪੈਣਾ, ਸਿੰਧ ਸੂਬੇ ਦੇ ਵਿੱਚ ਤਾਂ ਬਿਲਕੁਲ ਰੋਕ ਦਿੱਤਾ ਗਿਆ ਸੀ, ਖੈਬਰ ਪਖਤੂਨਖਵਾ ਵਿੱਚ ਵੀ ਰੋਕਿਆ ਗਿਆ। ਮੌਲਵੀਆਂ ਨੇ ਦਾ ਵਿਰੋਧ ਕੀਤਾ ਤੇ ਕਾਫੀ ਜ਼ਿਆਦਾ ਕੀਤਾ। ਉਸ ਵਿਰੋਧ ਤੋਂ ਬਾਅਦ ਉਹਨਾਂ ਦੇ ਰਾਸ਼ਟਰਪਤੀ ਨੇ ਬਿਆਨ ਦੇ ਦਿੱਤਾ ਕਿ ਰਮਜ਼ਾਨ ਦੇ ਮਹੀਨੇ 'ਚ ਅਸੀਂ ਮਸਜਿਦਾਂ ਉੱਤੇ ਕੋਈ ਪਾਬੰਦੀ ਨਹੀਂ ਲਾਵਾਂਗੇ, ਤੁਸੀਂ ਉੱਥੇ ਇਕੱਠ ਕਰ ਸਕਦੇ ਹੋ। ਉਹਦੇ ਰਾਸ਼ਟਰਪਤੀ ਦੇ ਇਸ ਬਿਆਨ ਦੇ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦਬਾਅ ਥੱਲੇ ਆ ਗਿਆ। ਹੁਣ ਇਮਰਾਨ ਖਾਨ ਨੇ ਨਵਾਂ ਬਿਆਨ ਦੇ ਦਿੱਤਾ ਕਿ ਮਸਜਿਦਾਂ ਵਿੱਚ ਜਾਣ ਦੀ ਖੁੱਲ੍ਹ ਹੋਵੇਗੀ, ਉਹਦੇ ਨਾਲ ਨਾਲ ਕੁਝ ਪਾਬੰਦੀਆਂ ਹੋਣਗੀਆਂ ਕਿ ਉੱਥੇ ਜਦੋਂ ਤੁਸੀਂ ਨਮਾਜ਼ ਪੜ੍ਹਨੀ ਆ ਸਾਰੇ ਇੱਕ ਦੂਸਰੇ ਤੋਂ 2 ਮੀਟਰ ਦਾ ਫਾਸਲਾ ਰੱਖਿਓ। ਇਹ ਵੀ ਕਹਿ ਦਿੱਤਾ ਗਿਆ ਕਿ 65 ਸਾਲ ਤੋਂ ਵੱਧ ਉਮਰ ਵਾਲੇ ਲੋਕ ਤੇ ਜਿਹੜੇ ਨਾਬਾਲਿਗ ਨੇ 18 ਤੋਂ ਘੱਟ ਨੇ ਉਹ ਮਸਜਿਦ ਵਿੱਚ ਨਾ ਜਾਣ। ਇਹ ਵੀ ਕਹਿ ਦਿੱਤਾ ਕਿ ਜਿਹਨੂੰ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਜਿਹੜਾ ਕਿਸੇ ਗੱਲ ਤਾਂ ਕਰਕੇ ਹੋਰ ਕੋਈ ਤਕਲੀਫ ਵਿੱਚ ਆ, ਉਹ ਬੰਦੇ ਬਿਲਕੁਲ ਮਸਜਿਦ ਵਿੱਚ ਨਾ ਜਾਣ ਜੀ। ਹੁਣ ਜਿਹੜੀਆਂ ਇਹ ਗੱਲਾਂ ਕਹਿ ਦਿੱਤੀਆਂ, ਜੇ ਫਿਰ ਵੀ ਜਾਣਗੇ ਤਾਂ ਤੁਸੀਂ ਕੀ ਕਰੋਗੇ? ਇਹਦੇ ਬਾਰੇ ਨਹੀਂ ਦੱਸਿਆ। ਅਪੀਲ ਕੀਤੀ ਹੈ, ਪਰ ਜੇ ਉਹ ਫਿਰ ਵੀ ਜਾਣ ਤਾਂ ਤੁਸੀਂ ਕੀ ਕਰੋਗੇ? ਸਖਤੀ ਨਾਲ ਪਾਲਣ ਕਰਾਓਗੇ ਕਿ ਨਹੀਂ ਕਰਾਓਗੇ ਜੀ? ਇਹ ਗੱਲ ਕੋਈ ਨਹੀਂ ਆਖੀ। ਇਹਨਾਂ ਕਹਿ ਦਿੱਤਾ ਕਿ ਜੇ ਫਿਰ ਬਿਲਕੁਲ ਨਾ ਤੁਸੀਂ ਮੰਨੇ
तो फिर मस्जिदां बंद करनियां पै सकदियां जी। ये नहीं कि कर देंगे, पै सकदियां। अच्छा, मैनूं लगदा ये आ कि इमरान खान दिलों चाहुंदा कि इस मौके उत्ते रोक दिता जाए, पर उत्ते प्रैशर इन्ना ज़्यादा चार्ज पिनों वो जो मन की गल आ वो खुल के कह भी नहीं सकता जी। ਪਰ ਸਭ ਇਹ ਜਿਹੜੀ ਸਮੱਸਿਆ ਆਈ ਆ ਦੇਸ਼ ਦੁਨੀਆ ਦੇ ਵਿੱਚ ਇੰਨਾ ਰੌਲਾ, ਜਦੋਂ ਆਪਾਂ ਗੱਲ ਕਰਦੇ ਹਾਂ ਮੌਤਾਂ ਦੀ ਵੀ, ਤੇ ਉਹਦੀ ਉਹ ਵੀ ਹੁਣ ਲੱਖਾਂ 'ਚ ਪਹੁੰਚ ਗਈਆਂ। ਇਹ ਸਾਰੇ ਕੁਛ ਦਾ ਜਿਹੜਾ ਨਜ਼ਲਾ ਉਹ ਹੁਣ ਆਣ ਕੇ ਘੁੰਮ ਫਿਰ ਕੇ ਤੇ ਚੀਨ ਦੇ ਉੱਪਰ ਡਿੱਗ ਰਿਹਾ। ਤੇ ਸੁਣ 'ਚ ਇਹ ਆਇਆ ਕਿ ਅਮਰੀਕਾ ਦੇ ਵਿੱਚ ਕੋਈ ਸ਼ਾਇਦ ਕੇਸ ਵੀ ਹੋ ਗਿਆ ਇਸ ਚੀਜ਼ ਦੇ ਉੱਪਰ ਕਿ ਵੀ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਨੇ ਉਹ ਇਸ ਮੁਲਕ ਦੀ ਅਣਗਹਿਲੀ ਦਾ ਕਰਕੇ ਗਈਆਂ, ਇਸ ਕਰਕੇ ਇਹਦੇ ਕੋਲੋਂ ਮੁਆਵਜ਼ਾ ਲੈਣਾ। ਉਹ ਫਿਰ ਕੀ ਕਹਾਣੀ ਹੈ ਜੀ? देखो, ये तीन पक्ष ने। एक पक्ष तो यह आ कि हुण चीन दे नाल किस तरह ट्रीट किया जा रहा जी। चीन जाने तो वो जान, ये मसला इन्हां दा काफ़ी बिगड़िया पिया। एक ग्रुप आ पूरे का पूरा देशों का जिहड़े चीन के खिलाफ बोलते जी, पर इन्हां देशों के विचों फ्रांस है। फ्रांस की सरकार ने कल कहता कि इहो जिहा सानूं कोई सबूत नहीं लभा कि ये जिहड़ा करोना वायरस आ इहदी लीकेज चीन के वुहान की लैबोरेटरी तो हुई होवे, साडे कोल इहो जिहा कोई सबूत नहीं लभा जी। नंबर एक। नंबर दो, अमरीका दे विच केस किया गया, मसूरी च किया गया। मसूरी अमरीका की, भारत वाली नहीं, अमरीका की मसूरी च केस किया गया। उस केस दे विच आख्या गया कि इन्ने $1 बिलियन जिहड़ा मुआवजा तो लिया जाए चीन तो। चीन दीयां उत्थे जायदादां ने, वो मैं वखरे तौर पर तुहानूं मैं दसदा बाद च की हुंदा जी। वो मुआवजा लिया जाए, उस मुआवजे वास्ते केस कर दिता गया। अमरीका की सरकार उन्होंने राष्ट्रपति भी चीन को दोषी ठहराउंदा, पर राष्ट्रपति भवन दे विच उन्हां दा एक डॉक्टर फॉसी आ, वो इन्हां मामलिਆਂ ਦੇ ਵਿੱਚ वायरस के मामलिਆਂ 'ਚ वाइट हाउस का एक किस्म का बुलारा उन्हें पिछले शुक्रवार, अज हुण वीरवार है ना जी, 6 दिन हो गए, उन्हें वाइट हाउस में खलो के जो पत्रकारों ने पूछा कि राष्ट्रपति जी कहते हैं, डोनाल्ड ट्रंप प्रेजिडेंट कहते हैं कि वुहान दे विचों सब कुछ होया, पिछे चीन है, तो की तुसीं समझदे कि चीन है? वो कहना जी इहो जिहा किसी किस्म का कोई सबूत नहीं मिलता कि यह वायरस उत्थों लीक होया सी। जी। अज 6 दिन हो गए, वो राष्ट्रपति अपने उस बंदे की गल क्यों नहीं कट रहा? जी। डॉक्टर फॉसी ने जो कुछ आख्या, डॉक्टर एंथनी फॉसी ने, वो हुण तक इन्होंने वो जिहड़ी गल आ उन्होंने कटिया क्यों नहीं? वो खुल के कही जा रहा कि नहीं इहो जिहा कोई सबूत नहीं मिलता। अमरीका के अपने अंदर भी कई गल्लां ते मतभेद है जी। फिर ये WHO के खिलाफ बहुत बोलते रहे। मैं अज सवेरे लगा होया सी तड़के उठ के, जो मैं ये सारी डिटेल पढ़ी जी, खास तौर के उत्ते जो विकीपीडिया जाने, विकीपीडिया इधर भी उधर भी सारे विचों लगभग निरपक्ष राय दे दिंदा। उन्हें डिटेल्स दित्तियां ने। वो डिटेल्स की ने कि 14 जनवरी नूं WHO ने आख्या कि असी चीन तो भी पुछया ते आप भी चैक किया, परसन टू परसन बीमारी ट्रांसमिशन की कोई अजे सूरत नहीं जी। उहदे तो बाद 17 तरीक नूं जिहड़ा अमरीका का CDC है, CDC हैगा सेंटर फॉर डिजीज़ कंट्रोल एंड प्रिवेंशन, उन्हां दे हैड डॉक्टर जिहड़ा रेडफील्ड है, उन्हें डॉक्टर रेडफील्ड ने आख्या कि असी चैक कर लिया, अजे परसन टू परसन ट्रांसमिशन वाली नौबत नहीं आई। ये तो बाद सिर्फ 3 दिन लंघे तो 20 तरीक नूं इन्हां ने CDC ने, अमरीका का जिहड़ा सेंटर फॉर डिजीज़ कंट्रोल एंड प्रिवेंशन है, उन्होंने भी अपने देश दे विच पब्लिक हैल्थ एमरजेंसी ला दी जी। चीन ने भी उस दिन डिक्लेयर किया भी हुण परसन टू परसन ट्रांसमिशन वाली नौबत आ गई है, तो उस दिन WHO ने किया, तिन्हां ने इक्को दिन किया जी। हुण इहदे उत्ते भी एक झगड़ा है कि अमरीका विच सब तो पहला केस कदों आया। कुछ लोग कहते जी दसंबर विच संकेत मिलने लगे सन कि आपां इन्फैक्ट हो सकते हैं, तो ध्यान नहीं दिता गया। कुछ लोग कहते जी फरवरी च आया। मैं राती भी पढ़ता पिया सा, एक डिटेल स्टोरी राती आई है, एक सवेरे आई है। जिहड़ी राती आई उहदे चों कहते हैं कि फरवरी के शुरू च ते फरवरी के अध च 2 केस होए। उन्हां 2 केसां तो बीमारी अमरीका च गई है, पर जिहड़ियां रिपोर्ट्स ने खास तौर पर विकीपीडिया वो कह रहा कि 20 जनवरी नूं एक अमेरिकन सिटीजन बिजनेस के सिलसिले चो चीन गया सी, वो वापस आया 20 जनवरी नूं। वो आया तो बीमार हो गया, तो वो करोना इन्फैक्टेड पॉजिटिव निकलिया। जो 20 जनवरी नूं आ गया सी, तो तुसीं ये किदां कहने आ कि फरवरी के अध च ते फरवरी के मध्य च, ये सारियां गल्लां हो नहीं सकदियां। हाँ, इस गल दे उत्ते सारियां दी सहमति है कि उत्थे जिहड़ी पहली मौत होई वो उहदे तो बाद जाके फरवरी की 29 तरीक नूं होई आ। इहदे उत्ते विकीपीडिया भी
ਵਾਈਟ ਹਾਊਸ ਵੀ, WHO ਵੀ, ਸਾਰੇ ਦੇ ਸਾਰੇ ਸਹਿਮਤ ਆ ਕਿ 29 ਫਰਵਰੀ ਤੋਂ ਪਹਿਲਾਂ ਮੌਤ ਕੋਈ ਨਹੀਂ ਹੋਈ। ਪਰ ਕੇਸਾਂ ਦੀ ਸ਼ੁਰੂਆਤ ਕਿੱਥੋਂ ਹੋਈ, ਇਹਦੇ ਉੱਤੇ ਅੱਡ ਅੱਡ ਮਤਭੇਦ ਨੇ। ਹੁਣ ਦੂਸਰਾ ਜਿਹੜਾ ਸਵਾਲ ਹੈ ਕਿ ਇਹਨਾਂ ਨੇ ਉੱਤੇ ਕੇਸ ਕਰ ਦਿੱਤਾ ਚੀਨ ਦੇ ਉੱਤੇ, ਕੇਸ ਦਾ ਕੀ ਬਣੇਗਾ? 1982-83 ਦੀਆਂ ਗੱਲਾਂ ਨੇ, ਅੱਜ ਤੋਂ ਤਕਰੀਬਨ 37-38 ਸਾਲ ਪਹਿਲਾਂ ਦੀਆਂ ਜੀ। ਅਮਰੀਕਾ ਦੀ ਇੱਕ ਅੰਬੈਸੀ ਉੱਤੇ ਹਮਲਾ ਹੋਇਆ ਸੀ, ਕਾਫੀ ਲੋਕ ਮਾਰੇ ਗਏ ਸਨ। ਉਸ ਹਮਲੇ ਦੇ ਵਾਸਤੇ ਦੋਸ਼ੀ ਠਹਿਰਾਇਆ ਗਿਆ ਸੀ ਈਰਾਨ ਨੂੰ। ਅਮਰੀਕਾ ਦੀ ਸਰਕਾਰ ਨੇ ਉਹਦੇ ਖਿਲਾਫ ਕੇਸ ਕਰ ਦਿੱਤਾ ਜੀ। ਉਹ ਕੇਸ ਪੀੜਤਾਂ ਵੱਲੋਂ ਕਰਵਾਇਆ ਗਿਆ ਸੀ। ਉਹ ਕੇਸ ਚੱਲਦਿਆਂ ਜਦੋਂ ਚਲਾ ਗਿਆ ਇਹਨਾਂ ਦੀ ਸੁਪਰੀਮ ਕੋਰਟ ਤੱਕ, ਤੇ ਉੱਥੇ ਬਹਿਸ ਹੁੰਦੀ ਵੇਖੀ, ਤੇ ਜਾਪਦਾ ਸੀ ਕਿ ਬਹਿਸ ਦੇ ਵਿੱਚ ਜਾ ਕੇ ਅਮਰੀਕਾ ਦੀ ਸਰਕਾਰ ਦਾ ਪੱਖ ਕਮਜ਼ੋਰ ਹੋ ਜਾਣਾ। ਇਹਨਾਂ ਨੇ ਆਪਣੀ ਕਾਂਗਰਸ ਤੋਂ ਇੱਕ ਨਵਾਂ ਕਾਨੂੰਨ ਜਿਹੜਾ ਸੀ, ਨਵਾਂ ਸਟੈਚੂ ਪਾਸ ਕਰਵਾ ਦਿੱਤਾ। ਉਹ ਨਵੇਂ ਸਟੈਚੂ ਦੇ ਮੁਤਾਬਕ ਈਰਾਨ ਦੇ ਖਿਲਾਫ ਫੈਸਲਾ ਜਾ ਸਕਦਾ ਸੀ ਜੀ। ਉੱਥੇ ਉਹਨਾਂ ਦਾ ਚੀਫ ਜਸਟਿਸ ਮਿਸਟਰ ਰਾਬਰਟ ਸੀ, ਉਹਨੇ ਤੇ ਇੱਕ ਹੋਰ ਜੱਜ ਨੇ, ਦੋ ਜੱਜਾਂ ਨੇ ਅਮਰੀਕਾ ਦੇ ਖਿਲਾਫ ਫੈਸਲਾ ਦਿੱਤਾ। ਬਾਕੀ ਸੁਪਰੀਮ ਕੋਰਟ ਦੇ ਸਾਰੇ ਜੱਜ ਬੈਂਚ ਵਿੱਚ ਜਿੰਨੇ ਸੀ, ਉਹ ਅਮਰੀਕਾ ਦੀ ਮਰਜ਼ੀ ਮੁਤਾਬਕ ਈਰਾਨ ਦੇ ਖਿਲਾਫ ਫੈਸਲਾ ਦੇ ਗਏ। ਉਹਨੇ ਆਖਿਆ ਜੀ ਈਰਾਨ ਦੀ ਜਿੰਨੀ ਇੱਥੇ ਜਾਇਦਾਦ ਆ, ਖਾਸ ਤੌਰ 'ਤੇ ਉਹਨਾਂ ਦਾ ਸੈਂਟਰਲ ਬੈਂਕ ਹੈ, ਜਿੱਦਾਂ ਆਪਣਾ ਰਿਜ਼ਰਵ ਬੈਂਕ ਆਫ ਇੰਡੀਆ ਜੀ, ਉਹਨਾਂ ਦਾ ਬੈਂਕ ਮਰਕਜ਼ੀ ਹੈ। ਉਹਦਾ ਬੈਂਕ ਮਰਕਜ਼ੀ ਹੈ, ਉਹਦੀ ਜਿੰਨੀ ਜਾਇਦਾਦ ਹੈ, ਜਿੰਨਾ ਪੈਸਾ ਪਿਆ, ਸਾਰਾ ਜ਼ਬਤ ਕਰ ਲਿਆ ਜਾਵੇ। ਪਰ ਉਹ ਦੋ ਜੱਜਾਂ, ਚੀਫ ਜਸਟਿਸ ਰਾਬਰਟ ਤੇ ਇੱਕ ਹੋਰ, ਉਹਨਾਂ ਦੋਵਾਂ ਨੇ ਫੈਸਲਾ ਦਿੱਤਾ ਕਿ ਤਰੀਕਾ ਠੀਕ ਨਹੀਂ। ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਘਟਨਾ ਪਹਿਲਾਂ ਦੀ ਆ, ਕਾਨੂੰਨ ਤੁਸੀਂ ਬਾਅਦ 'ਚ ਬਣਾਇਆ। ਔਰ ਉਹਨੇ ਉਹਦੇ 'ਚ ਇੱਕ ਮਿਸਾਲ ਦਿੱਤੀ, ਕਹਿੰਦੇ ਫਰਜ਼ ਕਰੋ ਤੁਹਾਡਾ ਤੇ ਤੁਹਾਡੇ ਗੁਆਂਢੀ ਦਾ ਇਸ ਗੱਲ ਦਾ ਝਗੜਾ ਹੋਵੇ ਕਿ ਆ ਪਲਾਟ ਦੀ ਜਿਹੜੀ ਵਿਚਕਾਰਲੀ ਕੰਧ ਆ ਇਹ ਕਿੱਥੇ ਆ। ਤੁਹਾਡੇ ਗੁਆਂਢੀ ਨੇ ਅਗਲੇ ਪਾਸੇ ਕਰ ਲਈ ਹੋਵੇ, ਤੁਸੀਂ ਆਖੋ ਸਾਡੇ ਥਾਂ 'ਚ ਕਰ ਲਈ ਆ। ਉਹ ਗੁਆਂਢੀ ਆਖੇ ਜੀ ਮੈਨੂੰ ਨਾਲ ਦੇ ਦੂਜੇ ਗੁਆਂਢੀ ਨੇ ਆਖਿਆ ਕਿ ਥਾਂ ਇੰਨੀ ਬਣਦੀ ਆ, ਆ ਮੇਰੇ ਕੋਲ ਲਿਖਤੀ ਸਬੂਤ ਆ। ਤੁਸੀਂ ਆਖੋ ਕਿ ਸਰਕਾਰ ਦਾ ਨਕਸ਼ਾ ਆ ਕਹਿੰਦਾ। ਹੁਣ ਨਕਸ਼ਾ ਜਿਹੜਾ ਅਸਲ ਕਾਨੂੰਨੀ ਪੋਜੀਸ਼ਨ ਤੇ ਉਹ ਆ, ਪਰ ਗੁਆਂਢੀ ਦੀ ਪਹੁੰਚ ਆ, ਉਹ ਜਾਵੇ ਤੇ ਕਾਰਪੋਰੇਸ਼ਨ ਤੋਂ ਮਤਾ ਪਾਸ ਕਰਾ ਲਿਆਵੇ ਕਿ ਨਕਸ਼ੇ ਨਾਲੋਂ ਵੱਧ ਗੁਆਂਢੀ ਦਾ ਗੁਆਂਢੀ ਨੂੰ ਲਿਖ ਕੇ ਦਿੱਤਾ ਜਿਹੜਾ ਉਹ ਮਾਨੇ ਰੱਖਦਾ ਜੀ। ਤੁਸੀਂ ਆਖੋ ਜੀ ਇਹਨੇ ਕੇਸ ਵੀ 6 ਮਹੀਨੇ ਪਾ ਕੇ ਕੀਤਾ, ਉਹ ਉੱਥੋਂ ਕਾਨੂੰਨ ਬਣਾ ਲਿਆਵੇ ਕਿ ਸਾਲ ਤੱਕ ਵੀ ਲੇਟ ਹੋਵੇ ਤਾਂ ਕੋਈ ਪਰਵਾਹ ਨਹੀਂ। ਉਹ ਕਹਿੰਦੇ ਤੁਹਾਨੂੰ ਇਹ ਨਹੀਂ ਸਮਝ ਲੱਗਦੀ ਕਿ ਉਹ ਕੱਲਾ ਕੇਸ ਜਦੋਂ ਬਣਾਉਂਦੇ ਆ, ਉਹ ਇੱਕ ਕੇਸ ਵਾਸਤੇ ਜੇ ਕਾਨੂੰਨ ਬਦਲਿਆ ਜਾਂਦਾ ਜੀ ਤੇ ਉਹਦੇ ਨਾਲ ਅੱਗੋਂ ਇੱਕ ਲੀਹ ਪੈ ਜਾਂਦੀ ਹੈ। ਹੁਣ ਤੁਸੀਂ ਈਰਾਨ ਦੇ ਸਵਾਲ ਦੇ ਉੱਤੇ ਜਿਹੜਾ ਕੇਸ ਬਣਾਉਂਦੇ ਪਏ ਆ, ਚੱਲਦੇ ਕੇਸ ਦੇ ਦੌਰਾਨ ਤੁਸੀਂ ਕਾਂਗਰਸ ਦੇ ਵਿੱਚ ਇੱਕ ਬਿੱਲ ਪਾਸ ਕਰ ਦਿੱਤਾ, ਇੱਕ ਨਵਾਂ ਸਟੈਚੂ ਬਣਾ ਦਿੱਤਾ। ਇਹ ਸਟੈਚੂ ਬਾਅਦ ਦਾ, ਘਟਨਾ ਪਹਿਲਾਂ ਦੀ ਹੈ। ਇਹਨੂੰ ਜੋ ਤੁਸੀਂ ਲਾਗੂ ਕਰੋਗੇ ਤੇ ਤਾਂ ਕੀ ਬਣੇਗਾ। ਪਰ ਖੈਰ ਉਹ ਕਿਉਂਕਿ ਬਾਕੀ ਜੱਜਾਂ ਸਾਰਿਆਂ ਨੇ ਅਮਰੀਕਾ ਦੀ ਸਰਕਾਰ ਦੇ ਪੱਖ 'ਚ ਫੈਸਲਾ ਦੇ ਦਿੱਤਾ ਸੀ, ਉਹ ਬੈਂਕ ਮਰਕਜ਼ੀ ਦਾ ਸਾਰਾ ਪੈਸਾ ਅਮਰੀਕਾ ਦੇ ਵਿੱਚੋਂ ਜ਼ਬਤ ਕਰ ਲਿਆ ਗਿਆ। ਪਰ ਬਾਅਦ 'ਚ ਨਿਕਲਿਆ ਕੀ, ਅਖੀਰ ਉਹੋ ਹੀ ਈਰਾਨ, ਉਹਦੇ ਨਾਲ ਹੀ ਜਿਹੜਾ ਪਿਛਲਾ ਉਹਨਾਂ ਦਾ ਹੈਗਾ ਸੀ ਰਾਸ਼ਟਰਪਤੀ ਬਰਾਕ ਓਬਾਮਾ, ਉਹਦੇ ਵਕਤ ਝੁੱਕ ਕੇ ਸਮਝੌਤਾ ਕੀਤਾ ਗਿਆ। ਉਹ ਕਹਿੰਦੇ ਸੀ ਉਹ ਝੁੱਕ ਗਏ, ਉਹ ਕਹਿੰਦੇ ਉਹ ਝੁੱਕ ਗਏ। ਕਿਮ ਜੋਂਗ ਉਨ ਜਿਹੜਾ ਉੱਤਰੀ ਕੋਰੀਆ ਵਾਲਾ, ਹੁਣ ਤਾਂ ਪਤਾ ਨਹੀਂ ਉਹ ਜਿਉਂਦਾ ਕਿ ਨਹੀਂ ਹੈ, ਥੋੜੀ ਦੀ ਹਾਲਤ ਬਾਰੇ ਪਤਾ ਨਹੀਂ ਲੱਗ ਰਿਹਾ। ਉਹਦੇ ਨਾਲ ਇਹਨਾਂ ਨੇ ਕਿੰਨੀਆਂ ਬੜਕਾਂ ਮਾਰੀਆਂ, ਕਰਨਾ ਅਸੀਂ ਉਹਨੂੰ ਤਬਾਹ ਕਰ ਦੇਣਾ। ਅਖੀਰ ਹੋਇਆ ਕੀ, ਸਿੰਗਾਪੁਰ 'ਚ ਬਹਿ ਕੇ ਉਹਦਾ ਤੇ ਅਮਰੀਕਾ ਦੇ ਰਾਸ਼ਟਰਪਤੀ ਦਾ ਆਪਸ ਸਮਝੌਤਾ, ਹੱਥ ਮਿਲਾਇਆ, ਜੱਫੀ ਪਾਈ, ਪਿੱਛੇ ਕੌਣ ਹਟਿਆ ਜੀ। ਅੱਜ ਚੀਨ ਨਾਲ ਇਸ ਕਿਸਮ ਦੇ ਕੇਸ ਕੌਣ ਨੇ, ਇਹ ਕਾਨੂੰਨੀ ਲੜਾਈ 'ਚ ਪੈ ਜਾਣਗੇ। ਕਿੰਨਾ ਚਿਰ ਪੈਣਗੇ, ਟ੍ਰੇਡ ਫੇਰ ਚੱਲਣਾ, ਭੜਕਣੇ ਨਾਲ ਫੇਰ ਲੋੜਾਂ ਪੈਣੀਆਂ ਨੇ। ਇਹੋ ਹੀ ਚੀਨ ਹੈ ਜਿਹਨੂੰ ਕਮਿਊਨਿਸਟ ਰੂਸ ਦੇ ਖਿਲਾਫ ਵਰਤਣ ਵਾਸਤੇ 1958 ਤੋਂ ਲੈ ਕੇ ਇਹਨਾਂ ਨੇ ਆਪਣੇ ਨਾਲ ਜੋੜਿਆ ਸੀ। ਕਿਊਬਾ ਦੀ ਲੜਾਈ ਵੇਲੇ ਵੀ ਚੀਨ ਇਹਨਾਂ ਦੇ ਨਾਲ ਖੜਾ ਸੀ। ਵੀਅਤਨਾਮ ਦੀ ਲੜਾਈ ਵੇਲੇ ਵੀ ਚੀਨ ਅੰਦਰ ਖਾਤੇ ਇਹਨਾਂ ਦੀ ਨਾਲ ਖਲੋ ਗਿਆ ਸੀਗਾ, ਔਰ ਬਾਅਦ ਵਿੱਚ ਚੀਨ ਤੇ ਵੀਅਤਨਾਮ ਦੀ ਆਪੋ 'ਚ ਲੜਾਈ ਹੋ ਗਈ ਸੀ। ਇੰਨਾ ਕੁਛ ਹੁੰਦਾ ਰਿਹਾ, ਪਰ ਬਾਅਦ ਵਿੱਚ ਜਦੋਂ ਉਹਨੇ ਵੇਖਿਆ ਕਿ ਕਮਿਊਨਿਸਟ ਰੂਸ ਖਤਮ ਹੋ ਗਿਆ ਤੇ ਹੁਣ ਬਰਾਬਰ ਦੀ ਟੱਕਰ ਮੈਂ ਦੇ ਸਕਦਾ, ਉਹ ਵੀ ਆਪਣੀ ਥਾਂ ਤਿੰਗੜ ਗਿਆ, ਇਹ ਵੀ ਤਿੰਗੜ ਗਿਆ। ਹੁਣ ਆਪੋ 'ਚ ਲੜਾਈ, ਪਰ ਕੱਲ੍ਹ ਨੂੰ ਹਾਲਾਤ ਬਦਲ ਸਕਦੇ ਆ। ਅਮਰੀਕਾ 60 ਸਾਲ ਤੱਕ ਭਾਰਤ ਦੇ ਖਿਲਾਫ ਰਿਹਾ ਤੇ ਪਾਕਿਸਤਾਨ ਨਾਲ ਸੀ, ਤੇ ਪਿਛਲੇ 2 ਸਾਲਾਂ ਤੋਂ ਪਾਕਿਸਤਾਨ ਨੂੰ ਛੱਡ ਕੇ ਭਾਰਤ ਦੇ ਨਾਲ ਭੁਗਤਣ ਲੱਗ ਪਿਆ। ਕੀ ਪਤਾ ਕੱਲ੍ਹ ਨੂੰ ਕੀ ਹਾਲਾਤ ਬਣਨੇ ਆ। ਅੱਜ ਇਹ ਮੁਕੱਦਮਾ ਕਰਦੇ, ਕੱਲ੍ਹ ਨੂੰ ਮੁਕੱਦਮਾ ਵਾਪਸ ਵੀ ਹੋ ਸਕਦਾ। ਚਲੋ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਪੱਖ ਤੇ ਜਿਹੜਾ ਇਹਦਾ ਪਿਛੋਕੜ ਆ ਉਹ ਮੈਂ ਤੁਹਾਨੂੰ ਦੱਸ ਦਿੱਤਾ। ਬਿਲਕੁਲ ਜੀ। ਅੱਛਾ ਪੰਜ ਸਾਹਿਬ, ਚਲੋ ਇਹ ਜੋ ਵੀ ਲੜਾਈ ਹੈ ਇਸ ਵਕਤ, ਕੋਈ ਕਹਿੰਦਾ ਜੀ ਕਿਸੇ ਨੇ ਬਣਾਇਆ, ਕੋਈ ਕਹਿੰਦਾ ਜੀ ਕਿਸੇ ਨੇ ਫੈਲਾਇਆ, ਕੋਈ ਦੇਸ਼ ਦੇ ਚੋਂ ਫਾਇਦਾ ਚੱਕ ਰਹੇ ਆ, ਕੋਈ ਕਹਿੰਦੇ ਅਸੀਂ ਰਗੜੇ ਗਏ, ਕੋਈ ਗੱਲ ਨਹੀਂ, ਦਿਨ ਆ ਲੈਂਦੇ, ਸਾਡਾ ਵੀ ਸਮਾਂ ਆ ਜਾਣਾ। ਇਹ ਸਾਰੇ ਕੁਛ ਨੂੰ ਜੇ ਮਤਲਬ ਇੱਕ ਹੋਰ ਐਂਗਲ ਤੋਂ ਦੇਖਣਾ ਹੋਵੇ, ਕੁਦਰਤ ਦੇ ਪੱਖ ਤੋਂ, ਤੇ ਉਹਦੇ ਬਾਰੇ ਕੀ ਸੋਚਦੇ ਹੋ? ਜੇ ਕੁਦਰਤ ਦੇ ਪੱਖ ਤੋਂ ਵੇਖਣਾ ਤਾਂ ਮੈਂ ਰੋਜ਼ ਅਖਬਾਰਾਂ 'ਚ ਲੋਕਾਂ ਦੀਆਂ ਟਿੱਪਣੀਆਂ ਪੜ੍ਹਦਾ, ਲੇਖ ਪੜ੍ਹਦਾ। ਕੁਝ ਲੋਕ ਕਹਿੰਦੇ ਆ ਜੀ ਅਸੀਂ ਪਿਛਲੇ 30-40 ਸਾਲਾਂ ਤੋਂ ਕਦੇ ਕੁਦਰਤੀ ਭੁੱਲ ਗਏ ਸਾਂ, ਰਾਤ ਨੂੰ ਤਾਰੇ ਨਹੀਂ ਸੀ ਵੇਖੇ ਜੀ, ਅਸੀਂ ਇੰਨਾ ਅਸਮਾਨ ਸਾਫ਼ ਨਹੀਂ ਸੀ ਵੇਖਿਆ, ਅਸੀਂ ਚਿੜੀਆਂ ਉੱਤੇ ਉੱਡਦੀਆਂ ਨਹੀਂ ਸੀ ਵੇਖੀਆਂ, ਅਸੀਂ ਕੋਇਲ ਕੂਕਦੀ ਨਹੀਂ ਸੀ ਵੇਖੀ, ਕਈ ਕੁਛ ਹੈ। ਮੈਂ ਜ਼ਿਕਰ ਕਰਨਾ ਚਾਹੂੰਗਾ। ਸਾਡੇ ਪੰਜਾਬੀ 'ਚ ਇੱਕ ਚਿੰਤਕ ਹੈ ਜਸਵੰਤ ਸਿੰਘ ਗੱਜਣ ਮਾਜਰਾ ਜੀ,
ਜਸਵੰਤ ਸਿੰਘ ਗੱਜਣ ਮਾਜਰਾ ਨੇ ਇੱਕ ਕਿਤਾਬ ਲਿਖੀ ਹੈ ਸਵਰਗ ਦੀ ਮੌਤ। ਜੇ ਉਹਨੇ ਹੁਣ ਲਿਖੀ ਹੁੰਦੀ ਸਾਰਿਆਂ ਆਖਣਾ ਸੀ ਕਿ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਕੇ ਲਿਖੀ ਹੈ ਜੀ। ਉਹਨੇ ਪਿਛਲੇ ਸਾਲ 2019 ਚ ਲਿਖੀ ਸੀ। ਮੈਂ ਵੀ ਰੱਖ ਛੱਡੀ ਪੜ੍ਹੀ ਨਹੀਂ, ਟਾਈਮ ਨਹੀਂ ਸੀ। ਆ ਕਰੋਨਾ ਵਾਇਰਸ ਦੇ ਦਿਨਾਂ 'ਚ ਮੈਂ ਪੜ੍ਹੀ ਜੀ। ਉਹਦੇ 'ਚ ਕੀ ਆ, ਪਹਿਲਾਂ ਬੱਕਰੀਆਂ ਇਕੱਠੀਆਂ ਹੋ ਕੇ ਜਾਂਦੀਆਂ ਨੇ ਰੱਬ ਦੇ ਕੋਲ ਜੀ ਕਿ ਸਾਨੂੰ ਤੇ ਆ ਤੇਰਾ ਮਨੁੱਖ ਲੈ ਬੈਠਾ, ਅਸੀਂ ਕਿੱਥੇ ਚੱਲ ਜਾਈਏ। ਉਹਦੇ ਬਾਅਦ ਬਾਕੀ ਪੰਛੀ ਜਾਂਦੇ ਨੇ, ਫਿਰ ਸ਼ੇਰ ਜਾਂਦਾ ਰੱਬ ਦੇ ਕੋਲ ਕਿ ਮੈਨੂੰ ਤਾਂ ਤੂੰ ਸਰਦਾਰ ਬਣਾ ਕੇ ਘੱਲਿਆ ਸੀ ਜੰਗਲ ਦਾ, ਤੇ ਉਹ ਕਿਹੋ ਜਿਹਾ ਬੰਦਾ ਤੂੰ ਇੱਕ ਸਿਰਜ ਦਿੱਤਾ ਜਿਹਨੇ ਮੇਰੇ ਵੀ ਗਲ 'ਚ ਰੱਸੀ ਪਾਈ ਆ ਤੇ ਪਿੰਜਰੇ 'ਚ ਮੈਨੂੰ ਰੱਖਦਾ ਤੇ ਸਰਕਸ ਦੇ ਵਿੱਚ ਨਚਾਉਂਦਾ। ਫਿਰ ਸੱਪ ਤੇ ਨਿਓਲ ਉੱਥੇ ਇਕੱਠੇ ਹੋ ਕੇ ਚਲੇ, ਕਿਰਲੀਆਂ ਚਲੇ ਗਈਆਂ ਸਾਰੇ ਰੱਬ ਦੇ ਕੋਲ ਜਾ ਕੇ ਮਨੁੱਖ ਦੇ ਖਿਲਾਫ ਬੋਲਣ। ਮੱਛੀਆਂ ਬੋਲੀਆਂ ਕਿ ਸਾਡਾ ਸਮੁੰਦਰ, ਸਾਡਾ ਪਾਣੀ, ਸਾਰਾ ਕੁਝ ਇਹਨੇ ਪਲੀਤ ਕਰ ਦਿੱਤਾ, ਸਾਰੇ ਗਏ। ਫਿਰ ਉਹਨੇ ਮਨੁੱਖ ਨੂੰ ਸੱਦਿਆ, ਮਨੁੱਖ ਲੱਗ ਪਿਆ ਰੋਣ, ਤੂੰ ਤਾਂ ਇਹਨਾਂ ਦਾ ਪੱਖ ਲੈਣਾ ਜੇ ਇਹ ਸਾਰੇ ਰਾਉਣ। ਰੱਬ ਨੇ ਆਖਿਆ ਰੁੱਖ ਵੀ ਤੇਰੇ ਖਿਲਾਫ ਬੋਲਦੇ ਆ, ਹਵਾ ਵੀ ਤੇਰੇ ਖਿਲਾਫ ਬੋਲਦੀ ਹੈ, ਗੰਗਾ ਨਦੀ ਵੀ ਤੇਰੇ ਖਿਲਾਫ ਬੋਲਦੀ ਹੈ ਵੀ ਤੂੰ ਗੰਦ ਪਾਤਾ। ਉਹ ਮਨੁੱਖ ਕਹਿੰਦਾ ਫਿਰ ਮੈਂ ਕੀ ਕਰਾਂ, ਮੈਂ ਕਿੱਥੇ ਚਲ ਜਾ, ਮੇਰੀਆਂ ਆਪਣੀਆਂ ਲੋੜਾਂ ਨੇ। ਰੱਬ ਨੇ ਉਹਨਾਂ ਪੰਛੀਆਂ ਨੂੰ, ਜਾਨਵਰਾਂ ਨੂੰ, ਸਾਰਿਆਂ ਨੂੰ ਸੱਦ ਕੇ ਮੱਛੀਆਂ ਨੂੰ ਸਮਝਾਇਆ ਕਿ ਮਨੁੱਖ ਦੀਆਂ ਵੀ ਲੋੜਾਂ, ਤੇ ਉਹ ਕਹਿੰਦੇ ਸਾਨੂੰ ਤੇ ਅੱਗੇ ਪਤਾ ਸੀ, ਤੇਰੀ ਤੇ ਆਪਣੀ ਸ਼ਕਲ ਮਨੁੱਖ ਨਾਲ ਮਿਲਦੀ ਆ, ਇਸ ਕਰਕੇ ਤੂੰ ਉਹਦਾ ਪੱਖ ਲਵੇਂਗਾ, ਤੂੰ ਸਾਡੇ ਰੂਪ ਵਿੱਚ ਆ ਕੇ ਖਲੋ ਕੇ ਸੋਚ ਫਿਰ ਕੀ ਬਣੂਗਾ। ਰੱਬ ਫਿਰ ਆਪਣੀ ਸ਼ਕਲ ਵਟਾ ਕੇ ਜਾਨਵਰਾਂ ਦੇ ਰੂਪ 'ਚ ਖਲੋ ਕੇ ਉਹਨਾਂ ਨਾਲ ਗੱਲਾਂ ਕਰਦਾ। ਫਿਰ ਉਹ ਕਹਿੰਦਾ ਮਨੁੱਖ ਦਾ ਸਾਰਾ ਕਸੂਰ ਹੈ। ਉੱਥੇ ਫਿਰ ਉਹ ਕਹਿੰਦਾ ਕਿ ਮੈਂ ਤਾਂ ਸੋਹਣੀ ਧਰਤੀ ਸਾਜੀ ਸੀ, ਤੁਸੀਂ ਮਨੁੱਖਾਂ ਨੇ ਕੀ ਕੁਝ ਕਰ ਦਿੱਤਾ ਜੀ। ਤੁਸੀਂ ਨਾ ਜੰਗਲ ਛੱਡੇ, ਅੱਧੇ ਵੱਢ ਲਏ, ਅੱਧਿਆਂ 'ਚ ਗੰਦ ਫੈਲਾਤਾ, ਨਾ ਤੁਸੀਂ ਹਵਾ ਛੱਡੀ, ਉਹਦੇ ਵਿੱਚ ਪ੍ਰਦੂਸ਼ਣ ਫੈਲਾਤਾ, ਨਾ ਤੁਸੀਂ ਪਾਣੀ ਉੱਪਰਲਾ ਛੱਡਿਆ, ਨਾ ਧਰਤੀ ਹੇਠਲਾ ਛੱਡਿਆ, ਨਾ ਤੁਸੀਂ ਕੋਈ ਹੋਰ ਥਾਂ ਛੱਡੀ, ਨਾ ਤੁਸੀਂ ਸਬਜ਼ੀਆਂ ਛੱਡੀਆਂ, ਨਾ ਤੁਸੀਂ ਜਾਨਵਰ ਛੱਡੇ, ਨਾ ਪੰਛੀ ਛੱਡੇ ਉੱਪਰ ਉੱਡਣ ਵਾਲੇ, ਨਾ ਸਮੁੰਦਰ 'ਚ ਮੱਛੀਆਂ ਛੱਡੀਆਂ। ਤੁਸੀਂ ਛੱਡਿਆ ਕੀ ਹੈ? ਤੁਸੀਂ ਤੇ ਆਪਣਾ ਘਰ ਪਰਿਵਾਰ ਵੀ ਨਹੀਂ ਛੱਡਿਆ ਜੀ। ਉਹਦੀ ਜਿਹੜੀ ਸਾਰੀ ਕਹਾਣੀ ਆ ਜੇ ਅੱਜ ਹੋਈ ਹੁੰਦੀ ਤੇ ਬਹੁਤੇ ਲੋਕਾਂ ਆਖਣਾ ਸੀ ਕਰੋਨਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਆ, ਪਰ ਸੱਚਾਈ ਕੀ ਹੈ? ਇਸ ਮਨੁੱਖ ਨੇ ਆ ਜਿਹੜਾ ਸਵਰਗ ਵਰਗੀ ਧਰਤੀ ਸੀ, ਹਰੀ ਭਰੀ ਸੋਹਣੀ ਧਰਤੀ, ਉਹਨੂੰ ਨਰਕ ਬਣਾ ਦਿੱਤਾ। ਔਰ ਕੁਦਰਤ ਕਿਸੇ ਨਾ ਕਿਸੇ ਰੂਪ ਵਿੱਚ ਤਾਂ ਫਿਰ ਕੋਈ ਨਾ ਕੋਈ ਮੋੜਵਾਂ ਵਾਰ ਕਰਦੀ ਹੈ ਜੀ। ਕੁਦਰਤ ਆਪਣੇ ਅੰਦਰੋਂ ਕਈ ਕਿਸਮ ਦੇ ਉਲਟੇ ਰੂਪ ਕੱਢਦੀ ਹੈ। ਹੁਣ ਇਹ ਕਿਸ ਤਰ੍ਹਾਂ ਹੋਇਆ? ਮੈਂ ਕੁਦਰਤ ਨੂੰ ਤੇ ਰੱਬ ਨੂੰ ਵੱਖਰਾ ਵੇਖਣਾ। ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਉ ਸੁਖਸਾਰ। ਜਿਹੜੀ ਕੁਦਰਤ ਦਿਸਦੀ ਹੈ, ਕੁਦਰਤ ਸੁਣਦੀ ਹੈ, ਕੁਦਰਤ ਜਿਹੜੀ ਸਾਨੂੰ ਮਹਿਸੂਸ ਹੁੰਦੀ ਹੈ, ਇਹ ਸਾਰਾ ਕੁਝ ਕੁਦਰਤ ਹੈ। ਇੱਕ ਦੂਸਰੇ ਦੇ ਘਿਰੇ ਘਿਰੇ ਜਿਹੜੇ ਤਾਰੇ ਘੁੰਮਦੇ ਪਏ ਆ, ਸਾਡੀ ਧਰਤੀ 'ਚ ਜਿਹੜੀ ਖਿੱਚ ਆ, ਹਰ ਜ਼ਰੇ ਜ਼ਰੇ 'ਚ ਕੁਦਰਤ ਹੈ। ਇਹ ਪੌਣ ਪਾਣੀ 'ਚ ਕੁਦਰਤ ਹੈ। ਅਸੀਂ ਸਭ ਕੁਝ ਭੁਲਾ ਲਿਆ ਸੀ ਜੀ। ਜਿਹੜੇ ਸਾਇੰਸਦਾਨ ਆ ਉਹ ਕਹਿੰਦੇ ਆ ਮੇਰੇ ਕੋਲ ਕਾਗਜ਼ ਆ, ਇਹ ਮੇਰੇ ਕੋਲ ਕਾਗਜ਼ ਜਿਹੜਾ ਇਹਦੇ ਅੰਦਰ ਵੀ ਕਈ ਚੀਜ਼ਾਂ ਇੱਧਰੋਂ ਉੱਧਰੋਂ ਘੁੰਮਦੀਆਂ ਪਈਆਂ। ਮੇਜ਼ ਹੈ, ਮੇਜ਼ ਦੇ ਸ਼ੀਸ਼ੇ ਦੇ ਵਿੱਚ ਅੰਦਰੇ ਅੰਦਰ ਕਣ ਇੱਕ ਪਾਸੇ ਦੂਜੇ ਪਾਸੇ ਨੂੰ ਲਗਾਤਾਰ ਜਾਂਦੇ ਪਏ ਆ। ਇਹੀ ਕਾਰਨ ਹੈ ਕਿ ਪਈ ਚੀਜ਼ ਹੌਲੀ ਹੌਲੀ ਖੁਰਨ ਲੱਗਦੀ ਹੈ। ਕੋਈ ਸਾਲਾਂ 'ਚ ਖੁਰ ਜਾਂਦੀ ਹੈ, ਕੋਈ ਸਦੀਆਂ 'ਚ, ਕੋਈ ਯੁੱਗਾਂ ਤੱਕ ਵੀ ਚੱਲ ਸਕਦੀ ਹੈ। ਇਹ ਸਾਰਾ ਕੁਝ ਹੈ। ਇਸ ਕੁਦਰਤ ਨੂੰ ਜਿਹੜੀ ਬਹੁਤ ਸੋਹਣੀ ਸੀ ਉਹਨੂੰ ਵਿਗਾੜਤਾ ਬੰਦੇ ਨੇ, ਤੇ ਜੇ ਵਿਗਾੜ ਦਿੱਤਾ ਤੇ ਅੱਜ ਦੇ ਯੁੱਗ ਵਿੱਚ ਇਹ ਕੁਦਰਤ ਦਾ ਜਿਹੜਾ ਉਹ ਰੂਪ ਇਹਨੇ ਵਿਗਾੜਿਆ, ਉਸ ਵਿਗਾੜ ਨੂੰ ਅੱਜ ਭੁਗਤਦਾ ਪਿਆ। ਇਹਨੂੰ ਕਿਹਨੇ ਆਖਿਆ ਸੀ ਕਿ ਇੰਨੇ ਪੌੜੇ ਪਾ? ਹਰ ਥਾਂ ਦੇ ਉੱਤੇ ਜਾ ਕੇ ਕੁਝ ਨਾ ਕੁਝ ਗੰਦ ਨੇ ਖਿਲਾਰਿਆ, ਕੋਈ ਥਾਂ ਛੱਡਿਆ ਹੀ ਨਹੀਂ। ਅਸੀਂ ਨਦੀ ਨਾਲੇ ਜਿਹੜੇ ਇੰਨੇ ਪਵਿੱਤਰ ਸੀ, ਹੁਣ ਅਸੀਂ ਸਾਫ਼ ਵਗਦੇ ਵੇਖਣ ਰਹੇ ਹਾਂ ਜੀ। ਗੂਗਲ ਮੈਪ ਵਿੱਚ ਅੱਗੇ ਜਾ ਕੇ ਵੇਖੀਦਾ ਸੀ, ਪਿੱਛੋਂ ਨਦੀ ਠੀਕ ਠਾਕ ਆਉਂਦੀ ਹੈ, ਸਤਲੁਜ ਦਰਿਆ ਠੀਕ ਆਉਂਦਾ। ਜਦੋਂ ਜਾ ਕੇ ਲੁਧਿਆਣੇ ਲਾਗੇ ਬੁੱਢਾ ਨਾਲਾ ਵਿੱਚ ਪੈਂਦਾ ਤੇ ਉੱਥੋਂ ਸਾਰਾ ਪਾਣੀ ਕਾਲਾ ਹੋਣ ਲੱਗ ਪੈਂਦਾ। ਗੂਗਲ ਦਾ ਉੱਪਰੋਂ ਸੈਟਲਾਈਟ ਤੋਂ ਜਿਹੜਾ ਨਕਸ਼ਾ ਉਹ ਵੀ ਸਾਨੂੰ ਵਿਖਾ ਰਿਹਾ ਸੀ, ਪਰ ਅਸੀਂ ਹੋਸ਼ ਕੀਤੀ? ਜੇ ਨਹੀਂ ਕੀਤੀ ਤੇ ਕੀਤੀਆਂ ਭੁਗਤਣ ਲੱਗੇ ਹਾਂ। ਜਿਹੜਾ ਕਹਿੰਦੇ ਨੇ ਹੱਥਾਂ ਦੀਆਂ ਦਿੱਤੀਆਂ ਮੁੜ ਕੇ ਗੰਢਾਂ, ਕਈ ਵਾਰੀ ਦੰਦਾਂ ਨਾਲ ਖੁੱਲ੍ਹਣੀਆਂ ਪੈਂਦੀਆਂ ਤੇ ਹੈਗੀਆਂ, ਪਰ ਖੁੱਲ੍ਹ ਵੀ ਜਾਣਗੀਆਂ ਇਹਦੀ ਕੋਈ ਗਰੰਟੀ ਆ? ਹੋ ਸਕਦਾ ਦੰਦਾਂ ਨਾਲ ਵੀ ਨਾ ਖੁੱਲ੍ਹਣ। ਅਸੀਂ ਜਿਹੜੀਆਂ ਗੰਢਾਂ ਪਾਈਆਂ ਨੇ, ਜੋ ਕੁਛ ਅਸੀਂ ਉਲਝਣਾ ਪਾਈਆਂ, ਸਾਡੇ ਤੋਂ ਨਹੀਂ ਖੁੱਲ੍ਹ ਰਹੀਆਂ। ਬਿਲਕੁਲ ਸਹੀ। ਇਹ ਬਸ ਦੁਬਾਰਾ ਆਪਾਂ ਇਹ ਸਾਰੀ ਸਮੱਸਿਆ ਦੇ ਉੱਪਰ ਆਈਏ। ਇੱਥੇ ਮੈਂ ਚਾਹੁੰਦਾ ਕਿ ਆਪਾਂ ਉਹ ਜਿਹੜੀ ਇਸ ਵਕਤ ਕ੍ਰੈਡਿਟ ਦੌਰ ਆ ਉਹਦੀ ਗੱਲ ਵੀ ਕਰੀਏ। ਮਤਲਬ ਲੋਕਾਂ ਨੇ ਮਹਿਸੂਸ ਕੀਤਾ, ਆਮ ਇਨਸਾਨ ਨੇ ਮਹਿਸੂਸ ਕੀਤਾ, ਪਰ ਜਿਹੜੇ ਲੀਡਰ ਨੇ ਉਹ ਮੈਨੂੰ ਨਹੀਂ ਲੱਗਦਾ ਮਹਿਸੂਸ ਕਰਦੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਚੱਲ ਠੀਕ ਆ, 15 ਦਿਨ ਲੰਘ ਗਏ, ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ, ਪਰ ਇਲੈਕਸ਼ਨ ਤਾਂ ਆਉਣੀ ਆ ਅਤੇ ਇਲੈਕਸ਼ਨ ਆਪਾਂ ਜਿੱਤਣੀ ਹੈ। ਹੁਣ ਆਪਾਂ ਨੂੰ 2-3 ਦਿਨ ਹੋ ਗਏ ਸੀ ਗੱਲ ਕਰਦੇ ਹਾਂ ਕਿ ਹਜ਼ੂਰ ਸਾਹਿਬ ਗਈ ਜਿਹੜੀ ਸੰਗਤ ਹੈ ਜੀ, ਉਹਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਹੋ ਰਹੀਆਂ। ਹਰਸਿਮਰਤ ਕੌਰ ਬਾਦਲ ਹੋਰੀ ਕਹਿੰਦੇ ਵੀ ਮੈਂ ਚਿੱਠੀ ਲਿਖੀ, ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿੰਦੇ ਮੈਂ ਲਿਖੀ, ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਵੀ ਮੈਂ ਕੋਸ਼ਿਸ਼ ਕੀਤੀ। ਹੁਣ ਕੇਂਦਰ ਸਰਕਾਰ ਨੇ ਫਾਈਨਲੀ ਉਹ ਪਰਮਿਸ਼ਨ ਦੇ ਦਿੱਤੀ ਕਿ ਠੀਕ ਹੈ ਜੀ, ਤੁਸੀਂ ਆਪਣੇ ਬੰਦੇ ਲਿਜਾਣੇ ਲੈ ਜਾਓ, ਅਤੇ ਹੁਣ ਰੌਲਾ ਇਹ ਪੈ ਗਿਆ ਵੀ ਮੈਂ ਕਰਾਇਆ। ਦੇਖੋ, ਬੀਬੀ ਹਰਸਿਮਰਤ ਕੌਰ ਬਾਦਲ ਨੇ 3 ਦਿਨ ਪਹਿਲਾਂ ਬਠਿੰਡੇ 'ਚ ਆਖਿਆ ਸੀ ਜੀ ਕਿ ਮੈਂ ਪਰਮਿਸ਼ਨ ਉੱਪਰੋਂ ਦਬਾਤੀ, ਪਰ ਉਹ ਦਵਾਈ ਹਵਾਈ ਸੀਗੀ। ਹਵਾਈ ਨਾ ਹੁੰਦੀ ਤੇ ਕੋਈ ਕੇਂਦਰ ਦਾ ਬਿਆਨ ਆਉਣਾ ਚਾਹੀਦਾ ਸੀ ਜੀ, ਕੋਈ ਲਿਖਤੀ ਤੌਰ 'ਤੇ ਸਬੂਤ ਆਉਣਾ ਚਾਹੀਦਾ ਸੀ ਕਿ ਪਰਮਿਸ਼ਨ ਦੇਤੀ ਹੈ ਕੇਂਦਰ ਨੇ। ਫਿਰ ਪ੍ਰਤਾਪ ਸਿੰਘ ਬਾਜਵੇ ਨੇ ਵੀ ਚਿੱਠੀ ਲਿਖੀ, ਕੇਂਦਰ ਨੇ ਕੋਈ ਜਵਾਬ ਨਹੀਂ ਦਿੱਤਾ। ਦੇਣਾ ਚਾਹੀਦਾ ਸੀ ਕੇਂਦਰ ਨੂੰ।
ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ। ਉਹਨੇ ਆਖਿਆ ਜੀ ਮੈਂ ਚਾਹੁੰਦਾ ਤੁਸੀਂ ਲੈ ਜਾਓ, ਮੈਨੂੰ ਕੋਈ ਪ੍ਰੋਬਲਮ ਨਹੀਂ ਜੀ, ਪਰ ਇੰਟਰਸਟੇਟ ਲਾਕਡਾਊਨ ਹੈ, ਇਹ ਤਾਂ ਕੇਂਦਰ ਮਨਜ਼ੂਰ ਕਰ ਸਕਦਾ, ਦੂਜੇ ਸੂਬਿਆਂ ਦੀ ਜ਼ਿੰਮੇਵਾਰੀ ਮੈਂ ਕਿੱਦਾਂ ਲੈ ਸਕਦਾ? ਤੁਸੀਂ ਕੇਂਦਰ ਨਾਲ ਗੱਲ ਕਰ ਲਓ। ਕੱਲ੍ਹ ਸਵੇਰੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਫਿਰ ਹੋਮ ਮਿਨਿਸਟਰ ਅਮਿਤ ਸ਼ਾਹ ਵੱਲ ਲਿਖੀ, ਗੱਲ ਕੀਤੀ। ਦੁਪਹਿਰ ਤੱਕ ਉਹਨਾਂ ਦਾ ਜਵਾਬ ਆ ਗਿਆ ਕਿ ਤੁਸੀਂ ਮੰਗਾ ਸਕਦੇ ਹੋ। ਜਦੋਂ ਜਵਾਬ ਆਇਆ, ਕੈਪਟਨ ਅਮਰਿੰਦਰ ਸਿੰਘ ਨੇ ਵਿਹੜਾ ਨਹੀਂ ਗਵਾਇਆ, ਉਸੇ ਵੇਲੇ ਟਵਿੱਟਰ 'ਤੇ ਮੈਸੇਜ ਕਰਤਾ ਕਿ ਹੋਮ ਮਿਨਿਸਟਰ ਨੇ ਸਾਨੂੰ ਪਰਮਿਸ਼ਨ ਦੇ ਦਿੱਤੀ ਹੈ ਅਤੇ ਅਸੀਂ ਸੱਚਖੰਡ ਹਜ਼ੂਰ ਸਾਹਿਬ ਜਿਹੜੇ ਲੋਕ ਗਏ ਆ ਉਹਨਾਂ ਨੂੰ ਮੰਗਵਾਉਣ ਨੂੰ ਤਿਆਰ ਹੈ ਜੀ। ਉਸ ਤੋਂ 1 ਘੰਟਾ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਆ ਗਿਆ, ਪਰਮਿਸ਼ਨ ਤਾਂ ਮੈਂ ਦਵਾਈ ਹੈ। ਹੁਣ ਜਿਹੜਾ ਮਰਜ਼ੀ ਆਖੀ ਜਾਓ, ਡੇਰਾ ਬਾਬਾ ਨਾਨਕ ਦੇ ਵਿੱਚ ਵੀ ਤਾਂ ਇਹੋ ਸੀ, ਉਹ ਹਰ ਕੋਈ ਕ੍ਰੈਡਿਟ ਲੈਣਾ ਚਾਹੁੰਦਾ ਸੀ। ਇੱਥੋਂ ਤੱਕ ਕਿ ਜਿਹੜੇ ਸਾਬਕਾ ਹੋਏ ਸੀ ਉਹਨਾਂ ਦੇ ਨਾਮ ਹੀ ਨੀਂਹ ਪੱਥਰਾਂ 'ਤੇ ਲਿਖੇ ਗਏ ਸੀ ਜੀ। ਉਹ ਸਾਰੀ ਖੇਡ ਹੁਣ ਵੀ ਚੱਲ ਪਈ ਹੈ। ਉਹ ਕ੍ਰੈਡਿਟ ਵਾਰ ਆਪਣੀ ਥਾਂ, ਪਰ ਸੱਚਾਈ ਇਹ ਹੈ ਕਿ ਕੱਲ੍ਹ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਮਹਾਰਾਸ਼ਟਰ ਦਾ ਮੁੱਖ ਮੰਤਰੀ ਪਹਿਲਾਂ ਸਹਿਮਤ ਹੋ ਚੁੱਕਾ ਸੀ, ਦੋਵਾਂ ਮੁੱਖ ਮੰਤਰੀਆਂ ਦੀ ਸਹਿਮਤੀ ਹੋ ਗਈ ਸੀ। ਹੁਣ ਕ੍ਰੈਡਿਟ ਲੈਣਾ ਜਿਹੜਾ ਮਰਜ਼ੀ ਲਈ ਜਾਵੇ, ਇਹ ਆਪੋ ਆਪਣੀ ਥਾਂ ਜੀ। ਇੱਕ ਚਿੱਠੀ ਹੋਰ ਭਗਵੰਤ ਮਾਨ ਹੋਰਾਂ ਨੇ ਲਿਖੀ ਹੈ, ਕਹਿੰਦੇ ਕਿ ਸਰਕਾਰ ਨੂੰ ਕਿ ਜਿਹੜੇ ਆਪਣੇ ਪੰਜਾਬ ਤੋਂ ਲੋਕ ਬਾਹਰਲੇ ਦੇਸ਼ਾਂ 'ਚ ਗਏ ਨੇ ਅਤੇ ਉੱਧਰ ਜਾ ਕੇ ਫਸ ਗਏ, ਮਤਲਬ ਪੱਕੇ ਨਹੀਂ ਗਏ, ਕੋਈ ਜਿੱਦਾਂ ਵਿਜ਼ਟਰ ਵੀਜ਼ੇ 'ਤੇ ਗਿਆ, ਕੋਈ ਕਿਸੇ ਨੂੰ ਮਿਲਣ ਗਿਆ, ਉਹ ਵਾਪਸ ਆਉਣਾ ਚਾਹੁੰਦੇ ਆ ਪਰ ਹੁਣ ਉਹ ਆ ਨਹੀਂ ਸਕਦੇ ਅਤੇ ਉਹਨਾਂ ਨੂੰ ਮੰਗਾਇਆ ਜਾਵੇ, ਆਪਣੇ ਦੇਸ਼ ਲਿਆਂਦਾ ਜਾਵੇ। ਉਹ ਚਿੱਠੀ ਦਾ ਕੀ ਹਿਸਾਬ ਤਾ? ਦੇਖੋ, ਇਹ ਗੱਲ ਠੀਕ ਕੀਤੀ ਹੈ ਭਗਵੰਤ ਮਾਨ ਨੇ। ਇੱਥੇ ਬਹੁਤ ਸਾਰੇ ਲੋਕ ਆ, ਕੋਈ ਵਿਆਹ ਸ਼ਾਦੀਆਂ 'ਤੇ ਮਰਗ ਦੇ ਭੋਗ 'ਤੇ ਬਾਹਰ ਗਿਆ, ਕੋਈ ਬੱਚਿਆਂ ਨੂੰ ਵੈਸੇ ਮਿਲਣ ਚਲਾ ਗਿਆ, ਅਸੀਂ ਵੀ ਜਾਂਦੇ ਹਾਂ, ਬਾਕੀ ਲੋਕ ਵੀ ਚਲੇ ਗਏ। ਕੁਝ ਲੋਕ ਸੈਰ ਸਪਾਟੇ ਲਈ ਗਏ, ਉੱਥੇ ਜਾ ਕੇ ਫਸ ਗਏ। ਕੁਝ ਕਾਰੋਬਾਰ ਲਈ ਗਏ, ਹਰ ਕੋਈ ਆਪੋ ਆਪਣੇ ਕੰਮਾਂ ਲਈ ਗਿਆ। ਬਾਹਰ ਗਏ ਪਿੱਛੋਂ ਇੰਟਰਸਟੇਟ ਫਲਾਈਟਸ, ਇੰਟਰਕੰਟੀਨੈਂਟਲ ਜਿਹੜੀਆਂ ਨੇ ਫਲਾਈਟਸ, ਜਿਹੜੀਆਂ ਨੇ ਇੰਟਰਨੈਸ਼ਨਲ ਫਲਾਈਟ ਟੋਟਲ ਬੰਦ ਹੋ ਗਈਆਂ, ਆ ਨਹੀਂ ਸਕਦੇ। ਇਹਦੇ ਦੌਰਾਨ ਆਸਟ੍ਰੇਲੀਆ ਵਾਲਿਆਂ ਨੇ ਹੁਣ ਤੱਕ 5-7 ਜਹਾਜ਼ਾਂ ਦੇ ਗੇੜੇ ਲਵਾਤੇ, ਆਪਣੇ ਬੰਦਿਆਂ ਨੂੰ ਲੈ ਕੇ। ਬ੍ਰਿਟੇਨ ਵਾਲਿਆਂ ਨੇ ਆਪਣੇ ਗੇੜੇ ਲਵਾਏ, ਲੈ ਕੇ ਗਏ। ਕੈਨੇਡਾ ਵਾਲੇ ਲਵਾ ਰਹੇ ਨੇ, ਅਮਰੀਕਾ ਵਾਲੇ ਲਵਾ ਰਹੇ ਨੇ, ਉਹ ਸਾਰੇ ਲੈ ਕੇ ਜਾ ਰਹੇ ਨੇ। ਜਰਮਨੀ ਅਤੇ ਹਾਲੈਂਡ ਉਹਨਾਂ ਨੇ ਮਿਲ ਕੇ, ਉੱਥੋਂ ਸਾਂਝੀ ਫਲਾਈਟ ਜਾਂਦੀ ਆ, ਉੱਥੇ ਜਾ ਕੇ ਹਾਲੈਂਡ ਦੇ ਐਮਸਟਰਡਮ ਉਤਾਰ ਦਿੰਦੇ ਆ, ਉੱਥੋਂ ਉਤਰ ਕੇ ਜਰਮਨੀ ਵਾਲੇ ਵੀ ਚੱਲ ਜਾਂਦੇ ਆ, ਦੂਸਰੇ ਦੇਸ਼ਾਂ ਵਾਲੇ ਵੀ ਚੱਲ ਜਾਂਦੇ ਆ। ਉਹਨਾਂ ਨੇ ਕਰ ਲਿਆ। ਜੇ ਉਹਨਾਂ ਸਾਰਿਆਂ ਨੇ ਕਰ ਲਿਆ ਅਤੇ ਭਾਰਤ ਸਰਕਾਰ ਵੀ ਕਿਸੇ ਪੜਾਅ 'ਤੇ ਕਰੇ। ਮੇਰੇ ਕੋਲ ਕਈ ਇਸ ਤਰ੍ਹਾਂ ਦੇ ਫੋਨ ਆਉਂਦੇ ਨੇ। ਇੱਕ ਸੱਜਣ ਇਹੋ ਜਿਹੇ ਆ ਜਿਨ੍ਹਾਂ ਦੇ ਇੱਥੇ ਘਰ ਵਿੱਚ ਪ੍ਰੋਬਲਮ ਆ, ਉਹ ਵਾਪਸ ਆਉਣਾ ਚਾਹੁੰਦੇ ਆ, ਉਹ ਇਸ ਵੇਲੇ ਅਮਰੀਕਾ 'ਚ ਬੈਠੇ ਆ। ਉਹ ਰੋਜ਼ ਫੋਨ ਕਰਦੇ ਆ, ਜੀ ਸਾਡੇ ਵਾਸਤੇ ਕੋਈ ਰਾਹ ਨਿਕਲੂ ਜੀ, ਕੋਈ ਰਾਹ ਨਹੀਂ ਨਿਕਲ ਰਿਹਾ। ਇੱਕ ਸੱਜਣ ਇੰਗਲੈਂਡ ਵਿੱਚ ਬੈਠਾ, ਉਹ ਧੀ ਦਾ ਵਿਆਹ ਕਰਨਾ ਸੀ ਉੱਥੇ, ਉਹ ਅੱਧਾ ਪਰਿਵਾਰ ਉੱਥੇ ਸੀ, ਅੱਧਾ ਇੱਥੇ ਸੀ, ਉੱਥੇ ਚਲਾ ਗਿਆ। ਵਿਆਹ ਹੋ ਨਹੀਂ ਸਕਿਆ ਕਿਉਂਕਿ ਉੱਥੋਂ ਦੀ ਸਰਕਾਰ ਨੇ ਲਾਕਡਾਊਨ 'ਚ ਕਿਹਾ ਜੀ ਵਿਆਹ ਨਹੀਂ ਹੋਣ ਦੇਣਾ। ਗੁਰਦੁਆਰੇ ਵਾਲੇ ਭਾਈ ਸਾਹਿਬ ਨੇ ਆਖਿਆ ਕਿ 5 ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਅਤੇ 5 ਤੇ ਅਸੀਂ 5 ਸਿੰਘ ਹੀ ਜਾਣਾ ਵਾ ਗੁਰੂ ਮਹਾਰਾਜ ਦੀ ਸਵਾਰੀ ਲੈ ਕੇ। ਤੁਹਾਡੇ ਘਰ ਦੇ ਜੀ ਵੀ ਹੋਣਗੇ, ਉਹਨਾਂ ਦੇ ਵੀ ਹੋਣਗੇ। ਇਸ ਮੌਕੇ 5 ਤੋਂ ਵੱਧ ਇਕੱਠ ਨਹੀਂ ਹੋ ਸਕਦਾ ਅਤੇ ਵਿਆਹ ਨਹੀਂ ਹੋ ਸਕਦਾ। ਵਿਆਹ ਹੋਇਆ ਨਹੀਂ। ਪਿੱਛੇ ਉਹ 50-60 ਏਕੜਾਂ ਦਾ ਮਾਲਕ ਹੈ, ਕਣਕ ਪੱਕੀ ਖੜੀ ਹੈ, ਕੀ ਕਰੇ, ਉਹ ਕਿੱਥੇ ਚੱਲ ਜਾਵੇ। ਆਸਟ੍ਰੇਲੀਆ ਤੋਂ ਕੱਲ੍ਹ ਮੈਨੂੰ ਇੱਕ ਆੜ੍ਹਤੀ ਦਾ ਫੋਨ ਆਇਆ। ਉਹ ਕਹਿੰਦਾ ਜੀ ਮੇਰੀ ਆੜ੍ਹਤ ਹੈ, ਕਿਸਾਨਾਂ ਨੂੰ ਪੈਸੇ ਦਿੱਤੇ ਸੀ, ਹੁਣ ਲੈਣੇ ਸੀ, ਕੁਝ ਕਿਸਾਨਾਂ ਨੂੰ ਹੁਣ ਹੋਰ ਪੈਸੇ ਦੇਣੇ ਸੀ। ਸਾਰੀਆਂ ਚੈੱਕ ਬੁੱਕਾਂ ਮੇਰੇ ਲਾਕਰ ਵਿੱਚ ਨੇ, ਅਕਾਊਂਟ ਉੱਥੇ ਦਸਤਖਤ ਚੈੱਕ ਬੁੱਕਾਂ 'ਤੇ ਮੇਰੇ ਹੋ ਸਕਦੇ ਆ, ਮੇਰਾ ਸਾਰਾ ਕਾਰੋਬਾਰ ਠੱਪ ਹੋ ਗਿਆ। ਮੈਂ ਇਸ ਤਰ੍ਹਾਂ ਦੀਆਂ ਇੰਨੀਆਂ ਪ੍ਰੋਬਲਮਾਂ ਨੇ। ਇਹ ਕਿਸੇ ਦੇ ਘਰ 'ਚ ਕੋਈ ਪ੍ਰੋਬਲਮ, ਕਿਸੇ ਦੇ ਕੋਈ ਹੈ। ਉਹ ਜਿਹੜੇ ਵਿਦੇਸ਼ਾਂ 'ਚ ਬੈਠੇ ਆ, ਉਹਨਾਂ ਦਾ ਕਸੂਰ ਕੀ? ਉਹਨਾਂ ਨੂੰ ਪਤਾ ਸੀ ਕਿ ਆਹ ਪ੍ਰੋਬਲਮ ਆ ਜਾਣੀ ਹੈ, ਉੱਥੇ ਚਲੇ ਗਏ, ਜਾ ਕੇ ਫਸ ਗਏ ਨੇ। ਹੁਣ ਜੇ ਫਸ ਗਏ ਨੇ, ਬਾਕੀ ਦੇਸ਼ਾਂ ਵਾਲਿਆਂ ਨੇ ਆਪੋ ਆਪਣੇ ਮੰਗਾਏ ਆ, ਅਤੇ ਭਾਰਤ ਨੂੰ ਵੀ ਇਹ ਖੁੱਲ੍ਹ ਦੇਣੀ ਚਾਹੀਦੀ ਹੈ, ਉਹਨਾਂ ਲੋਕਾਂ ਨੂੰ ਮੰਗਵਾਉਣਾ ਚਾਹੀਦਾ। ਸਮੱਸਿਆ ਕੀ ਆ ਕਿ ਅਜੇ ਤੱਕ ਇਹਦੇ ਉੱਤੇ ਭਾਰਤ ਸਰਕਾਰ ਖੁੱਲ੍ਹ ਨਹੀਂ ਦੇ ਰਹੀ। ਭਗਵੰਤ ਮਾਨ ਨੇ ਚਿੱਠੀ ਲਿਖੀ ਆ, ਪਹਿਲ ਕੀਤੀ ਹੈ, ਬਹੁਤ ਵਧੀਆ ਕੀਤਾ। ਬਲਕਿ ਮੈਂ ਕਹੂੰਗਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੁੱਖ ਮੰਤਰੀ ਦੇ ਤੌਰ 'ਤੇ ਚਿੱਠੀ ਲਿਖਣੀ ਚਾਹੀਦੀ ਆ ਕਿ ਬਾਕੀ ਦੇਸ਼ਾਂ ਵਾਲੇ ਆਪਣੇ ਨੂੰ ਮੰਗਾ ਰਹੇ ਅਤੇ ਅਸੀਂ ਕਿਉਂ ਨਾ ਮੰਗਾਈਏ। ਮੰਗਾ ਲਓ। ਬਾਕੀ ਦੇਸ਼ਾਂ ਵਾਲੇ ਮੰਗਾ ਕੇ ਘਰ ਹੀ ਨਹੀਂ ਜਾਣ ਦਿੰਦੇ, 14-14 ਦਿਨ ਕੁਆਰੰਟਾਈਨ 'ਚ ਰੱਖਦੇ ਆ, ਤੁਸੀਂ ਵੀ ਰੱਖ ਲਓ ਜੀ, ਪਰ ਇੱਥੇ ਘਰ ਦੇ ਨੇੜੇ 'ਤੇ ਆ ਜਾਣ। 14 ਦਿਨਾਂ ਬਾਅਦ ਘਰ ਦੇ ਆਉਣ ਦੀ ਤਾਂ ਗਰੰਟੀ ਹੋਵੇਗੀ। ਉੱਥੋਂ ਵੀ ਬੈਠੇ ਟੈਲੀਫੋਨ 'ਤੇ ਕੁਝ ਗੱਲਾਂ ਕਰ ਸਕਦੇ ਨੇ, ਕੋਈ ਪ੍ਰਬੰਧ ਹੋ ਜਾਏਗਾ। ਇੱਕ ਦੀ ਆਉਣ ਤਾਂ ਦਿਓ ਜੀ। ਇਹਦੇ ਬਾਰੇ ਵਿਰੋਧੀ ਧਿਰ ਦੇ ਲੀਡਰ ਦੇ ਤੌਰ 'ਤੇ ਹਰਪਾਲ ਸਿੰਘ ਚੀਮੇ ਨੂੰ ਲਿਖਣ ਦੀ ਲੋੜ ਨਹੀਂ, ਕਿਉਂਕਿ ਭਗਵੰਤ ਮਾਨ ਨੇ ਲਿਖਤੀ ਹੈ। ਸੁਖਬੀਰ ਸਿੰਘ ਬਾਦਲ ਵੀ ਲਿਖੇ, ਬੀਬੀ ਹਰਸਿਮਰਤ ਕੌਰ ਬਾਦਲ ਵੀ। ਹੁਣ ਜੇ ਉਹ ਸੱਚਖੰਡ ਹਜ਼ੂਰ ਸਾਹਿਬ ਵਾਲਿਆਂ ਦਾ ਤਾਂ ਕਹਿੰਦੀ ਹੈ ਕਿ ਮੈਂ ਕਰਵਾਤਾ, ਜਿੱਥੇ ਕਰਨ ਦੀ ਲੋੜ ਹੈ, ਚਲੋ ਉਹ ਕੈਪਟਨ ਅਮਰਿੰਦਰ ਸਿੰਘ ਪਹਿਲ ਕਰ ਗਿਆ ਅਤੇ ਹੁਣ ਇੱਥੇ ਤੂੰ ਕਰ ਦੇ। ਭਗਵੰਤ ਮਾਨ ਨੇ ਉਹ ਚਿੱਠੀ ਲਿਖੀ, ਤੂੰ ਵੀ ਲਿਖ। ਔਰ ਦਿੱਲੀ ਦੇ ਵਿੱਚ ਮੀਟਿੰਗਾਂ 'ਚ ਮਿਲਦੇ ਹੋ, ਪ੍ਰਧਾਨ ਮੰਤਰੀ ਨਾਲ ਗੱਲ ਹੁੰਦੀ ਹੈ, ਜੇ ਸੱਚੀ ਮੁੱਚੀ ਗੱਲ ਹੁੰਦੀ ਹੈ, ਕੀ ਪਤਾ ਹੁੰਦੀ ਹੈ ਪ੍ਰਧਾਨ ਮੰਤਰੀ ਕਿਸੇ ਨਾਲ ਗੱਲ ਵੀ ਕਰਦਾ ਕਿ ਨਹੀਂ ਕਰਦਾ ਜੀ। ਇਹ ਬਾਹਰ ਗੱਲਾਂ ਕਰਨੀਆਂ ਹੋਰ ਹੁੰਦੀਆਂ, ਉੱਥੇ ਪ੍ਰਧਾਨ ਮੰਤਰੀ ਦਾ ਕੱਦ ਇੰਨਾ ਕੁ ਉੱਚਾ ਹੁੰਦਾ ਕਿ ਇਹ ਨਹੀਂ ਕਿ ਹਰ ਕੋਈ ਫਟਾਫਟ ਫੋਨ ਖੜਕਾ ਦੇ। ਮੰਤਰੀਆਂ ਨੂੰ ਵੀ ਫੋਨ ਖੜਕਾਉਣ ਲੱਗਿਆ 10 ਵਾਰੀ ਸੋਚਣਾ ਪੈਂਦਾ। ਜੇ ਹੁੰਦੀ ਹੈ ਗੱਲ ਤਾਂ ਕਹਿ ਕੇ ਕਰਵਾ ਦਿਓ। ਇਕੱਲੇ ਪੰਜਾਬੀ ਨਹੀਂ, ਭਾਰਤ ਦੇ ਵਿੱਚੋਂ ਦੂਜੇ ਸੂਬਿਆਂ 'ਚੋਂ ਵੀ ਬਹੁਤ ਸਾਰੇ ਲੋਕ ਉੱਥੇ ਜਾ ਕੇ ਇਸ ਵੇਲੇ ਫਸੇ ਹੋਏ ਆ।
ਕੁਝ ਪ੍ਰਬੰਧ ਕਰਨਾ ਚਾਹੀਦਾ। ਤੇ ਪਰਮ ਸਾਹਿਬ, ਜੇ ਆਪਾਂ ਸਟੇਟਸ ਦੀ ਗੱਲ ਕਰੀਏ ਇਸ ਵਕਤ ਕਰੋਨਾ ਦੀ, ਤਾਂ ਉਹਨੂੰ ਕਿਵੇਂ ਦੇਖਦੇ ਹਾਂ? ਕਿਉਂਕਿ ਇੰਡੀਆ ਦੇ ਵਿੱਚ ਇੱਕ ਪਾਸੇ ਆਪਾਂ ਹੌਲੀ ਹੌਲੀ ਸੈਕੰਡ ਲਾਕਡਾਊਨ ਤੇ ਉਹਦੇ ਖੁੱਲ੍ਹਣ ਦੀ ਗੱਲ ਕਰਦੇ ਹਾਂ, ਤੇ ਦੂਜੇ ਪਾਸੇ ਜਿਹੜੇ ਆ ਉਹ ਇਹ ਵੀ ਹੈ ਕਿ ਜਿਹੜੇ ਵਿਚਾਰੇ ਕੋਈ ਰਿਪੋਰਟਰ ਤੁਰੇ ਫਿਰਦੇ ਆ ਜੀ ਰਿਪੋਰਟਿੰਗ ਕਰਨ ਦੇ ਲਈ, ਉਹ ਵੀ ਪੋਜ਼ੀਟਿਵ ਹੋਈ ਜਾਂਦੇ। ਹੁਣ ਐਡਵਾਈਜ਼ਰੀ ਆਈ ਹੈ ਕਿ ਜਿਨ੍ਹਾਂ ਨੇ ਫੀਲਡ ਰਿਪੋਰਟਿੰਗ ਕਰਨੀ ਉਹ ਵੀ ਥੋੜ੍ਹਾ ਜਿਹਾ ਆਪਣਾ ਖਿਆਲ ਰੱਖੋ ਭਾਈ। ਉਹ ਕਿਉਂ ਨਾਲ ਐਡਵਾਈਜ਼ਰੀ ਆਉਣੀ ਇਸ ਕਰਕੇ ਪਈ ਆ, ਐਡਵਾਈਜ਼ਰੀ ਜਾਰੀ ਕਰਨੀ ਪਈ ਆ ਕਿ ਪਹਿਲਾਂ ਤੇ ਮਹਾਰਾਸ਼ਟਰ 'ਚ ਘੁੰਮਦੇ ਫਿਰਦੇ ਰਿਪੋਰਟਾਂ ਲੈਂਦੇ, ਲੋਕਾਂ ਕੋਲ ਜਾਂਦੇ, 53 ਪੱਤਰਕਾਰ ਉੱਥੇ ਪੋਜ਼ੀਟਿਵ ਨਿਕਲੇ ਜੀ। ਫਿਰ ਉੱਥੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਇੱਕ TV ਚੈਨਲ ਦੇ 25 ਰਿਪੋਰਟਰ ਜਿਹੜੇ ਆ ਉਹ ਜਦੋਂ ਪੋਜ਼ੀਟਿਵ ਨਿਕਲੇ ਤੇ ਉਹਨਾਂ ਨੂੰ ਸਾਰਾ ਹੀ ਲਾਈਵ ਪ੍ਰੋਗਰਾਮ ਬੰਦ ਕਰਨਾ ਪਿਆ, ਹੁਣ ਸਿਰਫ ਰਿਕਾਰਡਡ ਕਰ ਰਹੇ ਜੀ। ਸਾਡੇ ਪੰਜਾਬ ਦੇ ਵਿੱਚ ਵੀ ਇੱਕ ਮੀਡੀਆ ਹਾਊਸ ਦੇ ਵਿੱਚੋਂ ਕੁਝ ਲੋਕ ਪੋਜ਼ੀਟਿਵ ਨਿਕਲੇ, ਉਹਨਾਂ ਦੀ ਵੀ ਸਮੱਸਿਆ ਆਈ ਹੈ, ਕੱਲ੍ਹ ਨੂੰ ਕਿਸੇ ਹੋਰ ਦੀ ਵੀ ਆ ਸਕਦੀ ਹੈ। ਇਹ ਪੱਤਰਕਾਰਾਂ ਸਾਰਿਆਂ ਬਾਰੇ ਵੀ ਜੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਕੋਈ ਸਖਤੀ ਨਹੀਂ, ਉਹਨਾਂ ਦੇ ਭਲੇ ਦੀ ਗੱਲ ਕੀਤੀ ਪਈ। ਦੂਸਰਾ, ਸਾਡੇ ਪੰਜਾਬ ਦੇ ਵਿੱਚ ਹੁਣ ਕੱਲ੍ਹ ਪਟਿਆਲੇ ਦੇ ਰਾਜਪੁਰਾ ਟਾਊਨ ਦੇ ਵਿੱਚ ਇਕੱਲੇ 'ਚ 18 ਕੇਸ ਨਿਕਲ ਆਏ ਜੀ, ਔਰ ਪਤਾ ਲੱਗਾ ਕਿ ਪਹਿਲਾਂ ਆਪਣੇ ਤੌਰ ਦੇ ਉੱਤੇ ਓੜ-ਪੋੜ ਕਰਦੇ ਰਹੇ, ਸਰਕਾਰੀ ਡਾਕਟਰਾਂ ਨੂੰ ਨਹੀਂ ਦੱਸਿਆ ਗਿਆ। ਅੱਜ ਦੀ ਤਰੀਕ 'ਚ ਪਿੰਡਾਂ ਜਾ ਕੇ ਪੁਣਛਾਣ ਕੀਤੀ ਜਾਵੇ ਤੇ ਲੋਕੀ ਮੂੰਹ ਗੱਲਾਂ ਕਰਦੇ ਆ, ਅਖਬਾਰਾਂ ਵਿੱਚ ਨਹੀਂ ਆ ਰਹੀਆਂ ਕਿ ਪਿਛਲੀਆਂ ਦਿਨਾਂ 'ਚ ਪਿੰਡਾਂ 'ਚ ਮੌਤਾਂ ਵੱਧ ਗਈਆਂ ਨੇ, ਸੰਸਕਾਰ ਹੋਣ ਲੱਗ ਪਏ ਨੇ, ਕਬਰਸਤਾਨਾਂ ਵਿੱਚ ਵੀ ਬੰਦੇ ਦੱਬੇ ਜਾ ਰਹੇ ਨੇ, ਪਰ ਸਰਕਾਰ ਨੂੰ ਨਹੀਂ ਪਤਾ ਲੱਗਦਾ। ਗੱਲ ਵਿੱਚੋਂ ਕੀ ਆ ਕਿ ਪਿੰਡਾਂ 'ਚ ਜਿਹੜਾ ਬਿਮਾਰ ਹੁੰਦਾ ਉਹਨੂੰ ਮੁੜ ਕੇ ਡਾਕਟਰਾਂ ਨੂੰ ਨਹੀਂ ਦੱਸਿਆ ਜਾਂਦਾ, ਤੇ ਜਦੋਂ ਅਖੀਰਲੇ 2-4 ਦਿਨ ਰੋਟੀ ਪਾਣੀ ਛੱਡ ਜਾਂਦੇ ਆ ਉਦੋਂ ਫਿਰ ਕਹਿੰਦੇ ਚੁੱਪ ਕਰਕੇ ਨਾ ਇਸ਼ਨਾਨ ਕਰਾਵਾਂਗੇ, ਨਾ ਨਵਾਵਾਂਗੇ, ਜਾ ਕੇ ਹੌਲੀ ਜਿਹੀ ਸੰਸਕਾਰ ਕਰ ਦਿਆਂਗੇ। ਵੇਲੇ ਕੁ ਵੇਲੇ ਸੰਸਕਾਰ ਹੋਣ ਡਏ ਨੇ, ਇਹ ਵੀ ਲੋਕਾਂ ਵਿੱਚ ਚਰਚਾ ਹੈਗੀ ਹੈ, ਸੱਚੀ ਕਿ ਨਹੀਂ ਹੈਗੀ। ਸਾਡੇ ਜਲੰਧਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਮੱਸਿਆ ਆਈ। PGI ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਮਸਾਂ 18 ਮਹੀਨਿਆਂ ਦੀ, 1.5 ਸਾਲ ਦੀ, ਉਹ ਕਿਸੇ ਹੋਰ ਬਿਮਾਰੀ ਵਾਸਤੇ ਦਾਖਲ ਕਰਾਈ ਗਈ ਜੀ। ਉਹ ਸਮੱਸਿਆ ਸੀ ਉਹਦੀ, ਉਸ ਬੱਚੀ ਨੂੰ ਜਿਹੜੀ 1.5 ਸਾਲ ਦੀ ਆ ਉਹਨੂੰ ਹੁਣ ਕਰੋਨਾ ਹੋ ਗਿਆ। ਜਦੋਂ ਗਈ ਸੀ ਉਦੋਂ ਹੈ ਨਹੀਂ। ਮਾਂ-ਬਾਪ ਕਹਿੰਦੇ ਆ ਜੀ ਡਾਕਟਰਾਂ ਨਰਸਾਂ 'ਚ ਕਿਸੇ ਤੋਂ ਹੋਇਆ ਉਹ ਕਹਿੰਦੇ ਸਾਡੇ ਡਾਕਟਰ ਨਰਸਾਂ ਸਾਰੇ ਦੇ ਸਾਰੇ ਠੀਕ ਠਾਕ ਨੇ। ਇਹਦਾ ਮਤਲਬ ਕੋਈ ਆਉਂਦਾ ਜਾਂਦਾ ਮਿਲਿਆ ਹੋਵੇਗਾ, ਕੋਈ ਕੰਟੀਨ ਬੁਆਏ ਆਇਆ ਹੋਵੇਗਾ, ਕੋਈ ਉੱਥੇ ਜਿਹੜਾ ਚਾਦਰਾਂ ਬਦਲਣ ਵਾਲਾ ਸਫਾਈ ਸੇਵਕ ਹੋ ਸਕਦਾ, ਕੋਈ ਜਾਂ ਜਿਹਨੇ ਚਾਦਰਾਂ ਧੋ ਕੇ ਭੇਜੀਆਂ ਹੋਣ ਉਹ ਧੋਬੀ ਵੀ ਹੋ ਸਕਦਾ, ਕਿਤੇ ਵੀ ਆਇਆ ਹੋ ਸਕਦਾ। ਪਰ ਉਹ 18 ਮਹੀਨਿਆਂ ਦੀ ਬੱਚੀ ਜਿਹਨੂੰ ਅਜੇ ਤੱਕ ਦੁਨੀਆਦਾਰੀ ਦਾ ਨਹੀਂ ਪਤਾ ਕੁਛ ਵੀ, ਉਹ ਇਸ ਬਿਮਾਰੀ ਦੀ ਸ਼ਿਕਾਰ ਹੋ ਗਈ ਹੈ। ਇਹਦਾ ਕਰਕੇ ਇਹ ਸਾਰਾ ਕੁਝ ਕਰਨਾ ਪੈਣਾ, ਇਹ ਐਡਵਾਈਜ਼ਰੀਆਂ ਵੀ ਜਾਰੀ ਕਰਨੀਆਂ ਪੈਣੀਆਂ। ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਬਚਾਓ ਵਿੱਚ ਹੀ ਬਚਾਓ ਹੈ ਜੀ। ਪਰਮ ਸਾਹਿਬ, ਤੁਸੀਂ ਸਮਾਂ ਕੱਢਿਆ, ਸਾਰੀਆਂ ਗੱਲਾਂ ਸਮਝਾਈਆਂ ਦੀ ਬਹੁਤ ਧੰਨਵਾਦ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣਾ ਖਿਆਲ ਰੱਖਣਾ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।